स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪਿਛਲੇ ਲੰਬੇ ਸਮੇਂ ਤੋਂ ਇੱਕ ਗੱਲ ਜਿਹੜੀ ਅਸੀਂ ਵੱਖ-ਵੱਖ ਸਿਆਸਤਦਾਨਾਂ ਦੇ ਮੂੰਹੋਂ ਸੁਣਦੇ ਹਾਂ, ਉਹ ਸਭ ਤੋਂ ਫੇਵਰਟ ਗੱਲ ਲੱਗਦਾ ਹੈ ਕਿ ਮੈਨੂੰ ਸਾਰੇ ਸਿਆਸਤਦਾਨਾਂ ਦੀ ਬਣ ਗਈ ਹੈ। ਜਦੋਂ ਵੀ ਕੋਈ ਉਹਨਾਂ ਨੂੰ ਆ ਕੇ ਕਹਿੰਦਾ ਕਿ ਸਾਨੂੰ ਨੌਕਰੀ ਦਿਓ, ਕੋਈ ਕਹਿੰਦਾ ਕਿ ਸਾਨੂੰ ਫੰਡਸ ਦਿਓ, ਤਾਂ ਇਹ ਕਿਹਾ ਜਾਂਦਾ ਕਿ ਖਜ਼ਾਨਾ ਖਾਲੀ ਹੈ। ਇਸ ਕਰਕੇ ਕਿਉਂਕਿ ਸਰਕਾਰ ਸਾਡੀ ਬਾਂਹ ਨਹੀਂ ਫੜਦੀ ਔਰ ਸਾਰਾ ਠੀਕਰਾ ਭੰਨਿਆ ਜਾਂਦਾ ਕੇਂਦਰ ਸਰਕਾਰ ਤੇ। GST ਅਸੀਂ ਲੈਣਾ, ਇਸ ਕਰਕੇ ਸਾਡਾ ਘਾਟੇ ਵੱਲ ਚੱਲ ਰਿਹਾ ਸਾਰਾ ਕੰਮ, क्योंकि जो वड्डी रकम केंद्र सरकार ने GST वजों देनी होंदी है वो नहीं दिती। पंजाब सरकार दावा करती है कि 4100 करोड़ रुपया ਅਸੀਂ ਕੇਂਦਰ ਸਰਕਾਰ ਤੋਂ ਲੈਣਾ ਔਰ ਮਤਰੇਈ ਮਾਂ ਵਾਲਾ ਸਲੂਕ ਕੇਂਦਰ ਸਰਕਾਰ ਕਰਦੀ ਹੈ। ਇਸ ਕਰਕੇ ਸਾਨੂੰ ਪੈਸੇ ਨਹੀਂ ਦਿੱਤੇ ਜਾ ਰਹੇ, ਜਿਸ ਕਰਕੇ ਨਾ ਤਾਂ ਟਾਈਮ ਸਿਰ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ, ਨਾ ਫੰਡ ਰਿਲੀਜ਼ ਕੀਤੇ ਜਾ ਰਹੇ ਨੇ, ਨਾ ਵਿਕਾਸ ਦੇ ਕੰਮਾਂ ਵੱਲ ਧਿਆਨ ਦਿੱਤਾ ਜਾ ਰਿਹਾ। ਇਸ ਕਰਕੇ ਸਾਰਾ ਠੀਕਰਾ ਜਿਹੜਾ ਕੇਂਦਰ ਦੇ ਸਿਰ ਪੰਨਿਆ ਜਾਣਾ। ਕੇਂਦਰ ਸਰਕਾਰ ਕਹਿੰਦੀ ਹੈ ਕਿ 44% ਘੱਟ ਰੈਵਨਿਊ ਵਾਲਾ ਪੰਜਾਬ ਮੋਰੀ ਸੂਬਾ ਬਣਿਆ ਜਿਸ ਨੇ GST ਰਿਕਵਰ ਕੀਤੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਿਹੜੇ ਲੂਪ ਹੋਲ ਹੈ ਉਹਨੂੰ ਰੋਕੋ ਨਾ ਤੇ ਤੁਹਾਡੀ ਭਰਪਾਈ ਕੇਂਦਰ ਸਰਕਾਰ ਕਰੇ, ਤੁਹਾਡੀ ਆਪਣੀ ਖੁਦ ਦੀ ਜ਼ਿੰਮੇਵਾਰੀ ਕਿੱਥੇ ਹੈ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਿੰਦੇ ਹਾਂ, ਕਿਉਂਕਿ ਹੁਣ ਤੱਕ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਕਿ ਸੂਬੇ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲਗਾ ਦੇਣੀ ਚਾਹੀਦੀ ਹੈ, ਕਿਉਂਕਿ ਪੈਸਾ ਹੈ ਨਹੀਂ ਹੈ। ਹਾਲ ਹੀ ਦੇ ਵਿੱਚ ਖਜ਼ਾਨਾ ਮੰਤਰੀ ਵੱਲੋਂ ਚਿੱਠੀ ਵੀ ਲਿਖੀ ਗਈ ਸੀ ਸੂਬੇ ਦੇ ਮੁੱਖ ਮੰਤਰੀ ਨੂੰ ਜਦੋਂ ਉਹ ਬਾਹਰ ਸਨ ਕਿ ਬੜੇ ਵਿੱਤੀ ਸੰਕਟ ਦੇ ਵਿੱਚੋਂ ਸੂਬਾ ਨਿਕਲ ਰਿਹਾ ਹੈ। ਅਜਿਹੇ ਦੇ ਵਿੱਚ ਕਿਸ ਨੂੰ ਕੀ ਦੇਣਾ ਹੈ ਇਹ ਤੈਅ ਕਰਨਾ ਬੜਾ ਜ਼ਰੂਰੀ ਹੈ। ਤਨਖਾਹਾਂ ਵੀ ਰੁਕ ਸਕਦੀਆਂ ਨੇ, ਪੈਨਸ਼ਨਾਂ ਦਾ ਕੋਈ ਪਤਾ ਨਹੀਂ ਹੈ ਤੇ ਵਿਕਾਸ ਕਾਰਜਾਂ ਦਾ ਤਾਂ ਰੱਬ ਹੀ ਰੱਖ ਹੈ। ਅਜਿਹੇ ਦੇ ਵਿੱਚ ਸੂਬਾ ਅੱਗੇ ਵਧੇਗਾ ਕਿਵੇਂ, ਇਸ ਤੇ ਇੱਕ ਵੱਡਾ ਸਵਾਲ ਜ਼ਰੂਰ ਹੈ। ਸਭ ਤੋਂ ਪਹਿਲਾਂ ਜਾਣ ਪਛਾਣ ਮਹਿਮਾਨਾਂ ਦੇ ਨਾਲ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਮੌਜੂਦ ਨੇ, ਸਾਬਕਾ ਖਜ਼ਾਨਾ ਮੰਤਰੀ ਪੰਜਾਬ। ਅੰਮ੍ਰਿਤਪਾਲ ਸਿੰਘ ਜੀ ਮੌਜੂਦ ਨੇ, ਬੁਲਾਰ ਨੇ ਆਮ ਆਦਮੀ ਪਾਰਟੀ ਦੇ। ਡਾਕਟਰ ਜਗੀਰ ਸਿੰਘ ਜੀ ਮੌਜੂਦ ਨੇ, ਬੁਲਾਰ ਨੇ ਪੰਜਾਬ ਕਾਂਗਰਸ। ਮਲਵਿੰਦਰ ਕੰਗ ਸਾਹਿਬ ਮੌਜੂਦ ਨੇ, ਬੁਲਾਰ ਨੇ ਪੰਜਾਬ BJP। ਔਰ ਟਾਈਗਰ ਸਿੰਘ ਚੰਡੋਕ ਸਾਹਿਬ ਚੇਅਰਮੈਨ ਨੇ ਟਾਈਗਰ ਵੈਲਥ ਮੈਨੇਜਮੈਂਟ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਮੈਂ ਸ਼ੁਰੂਆਤ ਢੀਂਡਸਾ ਸਾਹਿਬ ਤੁਹਾਡੇ ਤੋਂ ਹੀ ਕਰਾਂਗਾ। ਅੱਜ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਪੰਜਾਬ ਵਾਸੀ ਬੜੀ ਫਿਕਰ ਦੇ ਵਿੱਚ ਨੇ, ਚਿੰਤਾ ਦੇ ਵਿੱਚ ਨੇ, ਕਿਉਂਕਿ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਵਿੱਤੀ ਸੰਕਟ ਬੜਾ ਵੱਡਾ ਹੈ ਸੂਬੇ ਤੇ ਔਰ ਹੁਣ ਤਾਂ ਵਿੱਤੀ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਨੇ। ਪਰ ਇਹਨਾਂ ਹਾਲਾਤਾਂ ਲਈ ਜ਼ਿੰਮੇਵਾਰ ਕੌਣ ਹੈ? ਕਿਉਂਕਿ ਸੂਬਾ ਸਰਕਾਰ ਤਾਂ ਕਹਿੰਦੀ ਹੈ ਕਿ ਕੇਂਦਰ ਤੋਂ ਅਸੀਂ ਮੋਟੀ ਰਕਮ ਲੈਣੀ ਹੈ GST ਦੇ ਰੈਵਨਿਊ ਵਜੋਂ, ਉਹ ਸਾਨੂੰ ਦਿੱਤੀ ਨਹੀਂ ਜਾ ਰਹੀ। ਜਦੋਂ ਉਹ ਸਾਨੂੰ ਦਿੱਤੀ ਨਹੀਂ ਜਾ ਰਹੀ ਤਾਂ ਅਸੀਂ ਖਰਚੇ ਪੂਰੇ ਕਿਵੇਂ ਕਰਾਂਗੇ? ਦੇਖੋ ਹਰਪ੍ਰੀਤ ਜੀ, ਮੈਨੂੰ ਬੜੀ ਹੈਰਾਨੀ ਹੁੰਦੀ ਹੈ ਵੀ ਕਾਂਗਰਸ ਦੇ ਜੋ ਲੀਡਰ ਨੇ ਉਹਨਾਂ ਦੀਆਂ ਸਟੇਟਮੈਂਟ ਸੁਣ ਕੇ ਜੀ ਵੀ 1 ਮਹੀਨਾ ਲੇਟ ਹੋਣ ਕਰਕੇ ਇਹ ਸਾਰੀ ਸਰਕਾਰ ਦਾ ਕੰਮ ਖੜ ਗਿਆ। ਉਹ ਵੀ GST ਨਹੀਂ ਬਲਕਿ ਸਿਰਫ GST ਕੰਪਨਸੇਸ਼ਨ। ਜਿਹੜੀ GST ਹੈ ਉਹ ਸਾਰੇ ਸੂਬੇ ਤੇ ਕੇਂਦਰ ਆਪਦੇ ਹਿੱਸੇ ਦੀ GST ਇਕੱਠੀ ਕਰਕੇ ਆਪਦੇ ਕੋਲ ਰੱਖ ਲੈਂਦੇ ਨੇ। ਜਿਹੜੀ ਕੋਈ ਰੈਵਨਿਊ ਘਟਦਾ ਹੈ ਉਹ 'ਚ ਕੀ ਹੈ ਵੀ ਘਟਦਾ ਉਹ ਹੈ ਵੀ ਸਰਕਾਰ ਨੇ ਗਰੰਟੀ ਕੀਤਾ, ਕੇਂਦਰ ਸਰਕਾਰ ਨੇ, ਵੀ ਅਸੀਂ 14% ਐਨੂਅਲ ਇੰਕਰੀਜ਼ ਜਿਹੜੀ ਹੈ ਉਹ GST ਵਿੱਚ ਦੇਵਾਂਗੇ। ਜੇ ਨਹੀਂ ਆਉਂਦੀ 14% ਇੰਕਰੀਜ਼ ਤਾਂ ਜਿੰਨਾ ਡਿਫਰੈਂਸ ਹੋਏਗਾ 14% ਦੇ ਵਿੱਚ ਤੇ ਐਕਚੁਅਲ ਦੇ ਵਿੱਚ ਉਹ ਅਸੀਂ ਭਰਪਾਈ ਕਰਾਂਗੇ। ਬਿਲਕੁਲ। ਪਰ ਪੰਜਾਬ ਦੀ ਸਥਿਤੀ ਇੰਨੀ ਚਿੰਤਾਜਨਕ ਹੈ ਵੀ ਪੰਜਾਬ ਨੇ ਪਿਛਲੇ 2.5 ਸਾਲਾਂ ਵਿੱਚ 1 ਪੈਸਾ ਵੀ ਇੰਕਰੀਜ਼ ਨਹੀਂ ਕੀਤਾ ਆਪਦਾ ਰੈਵਨਿਊ, ਜਿਹਦੇ ਕਰਕੇ 44% ਦੀ ਸ਼ਾਰਟਫਾਲ ਜਿਹੜੀ ਹੈਗੀ ਹੈ ਉਹ GST ਰੈਵਨਿਊ ਦੇ ਵਿੱਚ ਆ ਗਈ ਹੈ। ਤੇ ਇਹ ਸਾਰੀ ਸਰਕਾਰ ਦੀ ਆਪਦੀ ਕਾਰਗੁਜ਼ਾਰੀ ਦਾ ਨਤੀਜਾ ਹੈ। ਕੇਂਦਰ ਨੇ ਤਾਂ ਸਿਰਫ 1 ਮਹੀਨਾ ਹੀ ਡਿਲੇ ਕੀਤੀ ਹੈ ਤੇ ਮੈਨੂੰ ਚਿੰਤਾ ਇਸ ਗੱਲ ਦੀ ਹੁੰਦੀ ਹੈ ਜੇ 1 ਮਹੀਨਾ ਡਿਲੇ ਕਰਕੇ ਅੱਜ ਪੰਜਾਬ ਦੇ ਸਰਕਾਰ ਇੰਨੀ ਚਿੰਤਾ ਦੇ ਵਿੱਚ ਹੈ ਤੇ ਜਦ 2022 ਦੇ ਵਿੱਚ GST ਕੰਪਨਸੇਸ਼ਨ ਹੀ ਖਤਮ ਹੋ ਗਈ ਤੇ ਫਿਰ ਪੰਜਾਬ ਦਾ ਕੀ ਬਣੇਗਾ? ਸੋ ਇਹ ਕਾਂਗਰਸ ਨੂੰ ਜਿਹੜੇ ਆਪਦੀ ਬਿਆਨਬਾਜ਼ੀ ਜਾਂ ਦੂਜਿਆਂ ਦੇ ਸਿਰ ਠੀਕਰਾ ਭੰਨਣ ਦੀ ਬਜਾਏ ਆਪਦੇ ਆਤਮ ਚਿੰਤਨ ਕਰਨਾ ਚਾਹੀਦਾ ਹੈ, ਆਪਦੀ ਕਾਰਗੁਜ਼ਾਰੀ ਵੱਲ ਦੇਖਣਾ ਚਾਹੀਦਾ ਹੈ ਵੀ ਉਹਨਾਂ ਦੇ ਪਿਛਲੇ 2.5 ਸਾਲਾਂ ਦੇ ਵਿੱਚ ਰੈਵਨਿਊ ਜਨਰੇਸ਼ਨ ਲਈ ਕੀ ਕਦਮ ਚੱਕੇ ਨੇ, ਕੀ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਕਿੱਥੇ ਲੈ ਕੇ ਗਏ ਨੇ। ਉਹ ਹਰ ਚੀਜ਼ ਦੇ ਵਿੱਚ ਰੈਵਨਿਊ ਦੇ ਵਿੱਚ ਗਿਰਾਵਟ ਆ ਗਈ। ਠੀਕ ਹੈ ਢੀਂਡਸਾ ਸਾਹਿਬ, ਇੱਕ ਗੱਲ ਦੱਸੋ। ਢੀਂਡਸਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ 1 ਮਹੀਨਾ ਲੇਟ ਕੀਤਾ, ਪਰ 4100 ਕਰੋੜ ਰੁਪਏ ਦੀ ਰਕਮ ਬਹੁਤ ਵੱਡੀ ਰਕਮ ਹੁੰਦੀ ਹੈ ਜਿਹੜਾ ਸੂਬਾ ਸਰਕਾਰ ਨੇ ਲੈਣਾ। 4100 ਨਹੀਂ ਹੈ, 2100 ਕਰੋੜ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ। GST ਕੰਪਨਸੇਸ਼ਨ 2 ਮਹੀਨਿਆਂ ਦੀ ਤਕਰੀਬਨ 2100 ਕਰੋੜ ਰੁਪਇਆ ਬਣਦੀ ਹੈ। ਇਹ ਪਤਾ ਨਹੀਂ ਬਾਕੀ 2000 ਕਰੋੜ ਇਹਨਾਂ ਨੇ ਕਿਹੜਾ ਜੋੜ ਲਿਆ ਵਿੱਚ। ਚਲੋ ਫਿਰ ਵੀ ਚਲੋ 2100 ਕਰੋੜ ਲਗਾ ਲਓ। ਜਦੋਂ ਇੱਕ ਅਜਿਹਾ ਸੂਬਾ ਜਿਹੜਾ ਆਰਥਿਕ ਹਾਲਾਤਾਂ ਦੇ ਵਿੱਚੋਂ ਮੰਦੇ ਆਰਥਿਕ ਹਾਲਾਤਾਂ ਵਿੱਚੋਂ ਨਿਕਲ ਰਿਹਾ, ਕਰਜ਼ੇ ਦੀ ਮਾਰ ਹੇਠ ਦੱਬਿਆ ਹੋਇਆ, ਵਿਆਜਾਂ ਭਰ ਰਿਹਾ, ਅਜਿਹੇ ਦੇ ਵਿੱਚ ਜੇ 1 ਮਹੀਨਾ ਵੀ ਕੰਪਨਸੇਸ਼ਨ ਲੇਟ ਹੋ ਜਾਂਦਾ ਤੇ ਫਿਰ ਉਹ ਮੁਸ਼ਕਲ ਤਾਂ ਆਏਗੀ। ਤੁਸੀਂ ਇਸ ਮੁਸ਼ਕਲ ਨੂੰ ਸਿਰਫ ਉਸ ਕਿਸ਼ਤ ਨਾਲ ਜੋੜ ਕੇ ਦੇਖ ਰਹੇ ਹੋ ਜਾਂ ਬਾਕੀ ਚੀਜ਼ਾਂ ਨਾਲ ਵੀ ਦੇਖ ਰਹੇ ਹੋ? ਨਹੀਂ ਦੇਖੋ, ਮੈਂ ਉਹੀ ਕਹਿ ਰਿਹਾ, ਇਹਨਾਂ ਨੇ ਸਾਰਾ ਦਾ ਸਾਰੀ ਕੇਂਦਰ ਸਰਕਾਰ ਤੇ ਛਿੜਤਾ ਵੀ ਉਹੀ ਸਾਡੀ ਜਿਹੜੀ ਹੈ ਕੋਈ ਜਿਹੜੀ ਸ਼ਾਰਟਫਾਲ ਹੈ ਪੂਰੀ ਕਰਨ।
ਆਪਦੇ ਵੱਲੋਂ ਪਿਛਲੇ 3 ਸਾਲਾਂ 'ਚ ਇਹਨਾਂ ਨੇ ਰੈਵਨਿਊ ਜਨਰੇਸ਼ਨ ਵਾਸਤੇ ਕੁਝ ਵੀ ਨਹੀਂ ਕੀਤਾ। ਪੰਜਾਬ ਦੀ GST ਦੀ ਜਿਹੜੀ ਸ਼ਾਰਟਫਾਲ ਹੈ ਹਾਈਐਸਟ ਹੈ ਇੰਡੀਆ ਦੇ ਵਿੱਚ ਜੀ 44%। ਦੈਟ ਮੀਨਸ ਪੰਜਾਬ ਇਜ਼ ਵਰਸਟ ਪਰਫਾਰਮਿੰਗ ਸਟੇਟ। ਜੇ ਪੰਜਾਬ ਦੀ ਪਰਫਾਰਮੈਂਸ ਮਾੜੀ ਹੈ ਤਾਂ ਹੀ ਜੇ 1 ਮਹੀਨੇ ਦੀ ਡਿਲੇ ਕਰਕੇ ਇਹਨਾਂ ਦੇ ਇੱਥੇ ਹਾਲਾਤ ਇੱਥੇ ਇੰਨੇ ਮਾੜੇ ਹੋ ਗਏ ਵੀ ਇਹਨਾਂ ਕੋਲੇ ਆਪਦੇ ਖਰਚੇ ਚਲਾਉਣ ਨੂੰ ਨਹੀਂ ਹੈਗੇ ਪੈਸੇ। ਸੋ ਉਹਦੇ ਵਾਸਤੇ ਮੇਜਰਲੀ ਜੇ ਮੈਂ ਕਹਾਂ ਵੀ ਇਸ ਜੋ ਸਰਕਾਰ ਜ਼ਿੰਮੇਵਾਰ ਹੈ, ਪਹਿਲਾਂ ਵੀ ਕੇਂਦਰ ਦੀਆਂ ਗ੍ਰਾਂਟ ਇਨ ਏਡਸ ਆਉਂਦੀਆਂ ਨੇ, ਕੇਂਦਰ ਦੇ ਜਿਹੜੀਆਂ ਡੈਵੋਲੂਸ਼ਨਸ ਫੰਡਸ ਆਉਂਦੇ ਨੇ ਉਹ ਦੇਰੀ ਹੋ ਜਾਂਦੀ ਕਈ ਵਾਰੀ, ਇਹ 'ਚ ਕੋਈ ਉਹ ਨਹੀਂ ਹੈਗੀ। ਪਰ ਇਹ ਜਿਹੜੀ ਹੈ ਅਸਲ ਦੇ ਵਿੱਚ ਇਹਨਾਂ ਦੇ ਸਰਕਾਰ ਨੇ ਟੈਕਸ ਰੈਵਨਿਊ ਨੂੰ ਮੌਪ ਅਪ ਕਰਨ ਲਈ ਕੋਈ ਕਦਮ ਨਹੀਂ ਚੱਕੇ। ਤੇ ਸਾਡੇ ਸਰਕਾਰ ਦੀ ਮੈਂ ਤੁਹਾਨੂੰ ਕਹਿ ਸਕਦਾ ਸਾਡੇ ਵੇਲੇ ਕੋਈ ਕੰਪਨਸੇਸ਼ਨ ਨਹੀਂ ਸੀ ਮਿਲਦੀ ਹੁੰਦੀ ਬਿਕੋਜ਼ GST ਲਾਗੂ ਨਹੀਂ ਸੀ ਹੋਇਆ, ਸਾਰਾ ਆਪਦਾ ਪੈਸਾ ਅਸੀਂ ਇਕੱਠੇ ਕਰਦੇ ਸੀ। ਫਿਰ ਵੀ ਅਸੀਂ 8% ਗ੍ਰੋਥ ਸਾਡੀ ਸੀ ਜਿਹੜੀ ਟੈਕਸ ਰੈਵਨਿਊਜ਼ ਦੇ ਵਿੱਚ ਓਵਰ ਅ ਪੀਰੀਅਡ ਆਫ 5 ਇਅਰ ਜਿੰਨਾ ਚਿਰ ਮੈਂ ਰਿਹਾ। ਚਲੋ ਮੈਂ ਵਾਪਸ ਆਣਾ ਤੁਹਾਡੇ ਕੋਲ, ਵਾਪਸ ਇਹਨਾਂ ਦੀ ਗ੍ਰੋਥ ਤਕਰੀਬਨ 0% ਹੀ ਹੈ, ਨੋ ਗ੍ਰੋਥ। ਚਲੋ ਆਪਾਂ ਜਗੀਰ ਸਿੰਘ ਨਹੀਂ ਤਾਂ ਹੋਰ ਕੀ ਹੈ। ਠੀਕ ਹੈ, ਡਾਕਟਰ ਜਗੀਰ ਸਿੰਘ ਵੀ ਜੁੜੇ ਹੋਏ ਨੇ, ਬੁਲਾਰ ਨੇ ਕਾਂਗਰਸ ਦੇ। ਜਗੀਰ ਸਿੰਘ ਜੀ, ਦੋ ਚੀਜ਼ਾਂ ਨੇ, 44% ਘਾਟੇ ਵਾਲਾ ਜਿਹੜਾ ਰੈਵਨਿਊ ਘਾਟੇ ਵਾਲਾ ਸਭ ਤੋਂ ਮੋਹਰੀ ਸੂਬਾ ਪੰਜਾਬ ਬਣ ਗਿਆ। ਢੀਂਡਸਾ ਸਾਹਿਬ ਕਹਿੰਦੇ ਨੇ ਕਿ ਇਹ ਤੁਹਾਡੀ ਮਿਸਮੈਨੇਜਮੈਂਟ ਹੈਗੀ ਹੈ ਕਿ ਲਗਾਤਾਰ ਘਾਟੇ ਵੱਲ ਵੱਧ ਰਿਹਾ। ਜਿਹੜੀ ਰਕਮ ਬਕਾਇਆ ਹੈਗੀ ਉਹ ਤਾਂ ਹੈਗੀ ਹੈ, ਪਰ ਹਾਲਾਤ ਇੱਥੋਂ ਤੱਕ ਆਏ ਕਿਉਂ? ਤੁਸੀਂ ਟੈਕਸ ਜਨਰੇਟ ਕਰਨ ਲਈ ਨਵੇਂ ਟੈਕਸਿਸ ਦੀ ਗੱਲ ਤਾਂ ਵੱਖਰੀ ਹੈ, ਪਰ ਆਮਦਨ ਵਧਾਉਣ ਵੱਲ ਤੁਸੀਂ ਕੋਈ ਕਦਮ ਹੀ ਨਹੀਂ ਵਧਾਇਆ। ਬੜੇ ਸੀਨੀਅਰ ਲੀਡਰ ਨੇ ਹਰਪ੍ਰੀਤ ਜੀ, ਢੀਂਡਸਾ ਸਾਹਿਬ ਜੀ ਪੰਜਾਬ ਦੇ ਫਾਈਨਾਂਸ ਮਿਨਿਸਟਰ ਰਹੇ ਨੇ। ਇਹਨਾਂ ਨੂੰ ਤੱਥ ਲੁਕਾਉਣ ਦੀ ਇੱਕ ਆਦਤ ਬਣੀ ਹੋਈ ਇਹਨਾਂ ਦੀ। 4100 ਕਰੋੜ ਰੁਪਇਆ ਅਗਰ ਕੇਂਦਰ ਟਾਈਮ ਨਾਲ ਜਾਰੀ ਕਰਦਾ ਤੇ ਪੰਜਾਬ ਸਰਕਾਰ ਦੀ ਸਥਿਤੀ ਕੋਈ ਬਹੁਤ ਮਾੜੀ ਨਹੀਂ ਹੋਣੀ ਸੀ। ਜਦੋਂ ਇਹਨਾਂ ਦੀ ਇੱਕ ਕਹਾਵਤ ਤਰ੍ਹਾਂ ਚੱਲਦੇ ਨੇ, ਇਹ ਨੱਚਣ ਧਨ ਗਿੱਧਾ ਪੈਂਦਾ ਜੇ ਕਾਂਗਰਸ ਨੱਚੇ ਤਾਂ ਕੰਜਰਖਾਨਾ। ਇਹ ਜਦੋਂ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਰਹੇ 10 ਸਾਲ ਜੀ, ਹਮੇਸ਼ਾ ਕੇਂਦਰ ਦੀ ਸਰਕਾਰ ਨੂੰ ਭੰਡਦੇ ਰਹੇ। ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਕੇਂਦਰ ਦੀ ਜੀ ਪੰਜਾਬ ਦੇ ਵਿੱਚ ਹੜ੍ਹ ਆਏ ਹਰਪ੍ਰੀਤ ਜੀ 2000 ਕਰੋੜ ਰੁਪਏ ਦਾ ਪੰਜਾਬ ਦਾ ਨੁਕਸਾਨ ਹੋਇਆ। ਇਹ ਦੱਸਣ ਵੀ ਕੇਂਦਰ ਨੇ ਕੋਈ ਰਿਲੀਫ ਜਾਰੀ ਕੀਤਾ ਪੰਜਾਬ ਲਈ। ਠੀਕ ਹੈ, ਅੱਛਾ ਜਗੀਰ ਸਿੰਘ ਜੀ ਮੈਨੂੰ ਇੱਕ ਗੱਲ ਦੱਸਿਓ, ਮੈਂ ਉਸ ਪੈਸੇ ਤੇ ਆ ਜਾਣਾ। ਅੱਛਾ ਮੈਂ ਆਨਾ, ਮੈਨੂੰ ਇਹ ਦੱਸ ਸਕਦੇ ਹੋ ਕਿ 44% GST, ਇੱਕ ਮਿੰਟ, 44% GST ਰੈਵਨਿਊ ਘਾਟੇ ਵਾਲਾ ਸਭ ਤੋਂ ਮੋਹਰੀ ਸੂਬਾ ਪੰਜਾਬ ਬਣਿਆ, ਇਹਦੇ ਵਿੱਚ ਕਿੱਥੇ ਨੁਕਤਾ ਫਸ ਗਿਆ ਕਿ ਇੰਨਾ ਘੱਟ ਕਿਉਂ ਰੈਵਨਿਊ ਜਨਰੇਟ ਹੋਇਆ? ਨਹੀਂ, ਅਜੇ ਸਾਡੇ ਕੋਲ ਸਾਲ ਦੇ 4-5 ਮਹੀਨੇ ਪਏ ਨੇ ਜੀ, ਰੈਵਨਿਊ ਇਕੱਠਾ ਹੋ ਜਾਊਗਾ, ਐਸੀ ਕੋਈ ਗੱਲ ਨਹੀਂ ਹੈਗੀ, ਨਾ ਕੋਈ ਡਿਸਮੈਨੇਜਮੈਂਟ ਹੈ। CM ਸਾਹਿਬ ਪੂਰਾ ਇੰਟਰਸਟ ਲੈ ਰਹੇ ਨੇ, ਸਾਡੇ ਵਿੱਤ ਮੰਤਰੀ ਨੇ, ਸਰਕਾਰ ਪੂਰੀ ਐਕਟਿਵ ਹੈ, ਐਸੀ ਕੋਈ ਗੱਲ ਨਹੀਂ ਹੈਗੀ। ਪਰ ਰੌਲਾ ਤਾਂ ਇਸ ਗੱਲ ਦਾ ਜੀ, ਕੇਂਦਰ ਨੂੰ ਪੰਜਾਬ ਦੀ ਬਾਂਹ ਫੜਨ ਦੀ ਬਜਾਏ, ਕਿਉਂਕਿ 10 ਸਾਲ ਦੇ ਵਿੱਚ ਅਕਾਲੀ ਦਲ ਨੇ ਪੰਜਾਬ ਨੂੰ ਇੰਨਾ ਕਰਜ਼ਾਈ ਕਰ ਦਿੱਤਾ ਜੀ, ਉਹਦੀ ਵਿਆਜ ਵੀ ਦੇਣੀ ਪੰਜਾਬ ਦੇ ਲੋਕਾਂ ਤੇ ਬੜਾ ਭਾਰ ਸਿੱਧ ਹੋ ਰਿਹਾ ਹੈ। ਅਗਰ ਸਰਕਾਰ ਵਿਆਜ ਦਿੰਦੀ ਹੈ ਸੈਂਟਰ ਦਾ, ਕਿੱਥੋਂ ਦਿੰਦੀ ਹਰਪ੍ਰੀਤ ਜੀ? ਲੋਕਾਂ ਤੋਂ ਟੈਕਸ ਇਕੱਠਾ ਕਰਕੇ। ਜੇਕਰ ਕੋਈ ਨਵਾਂ ਟੈਕਸ ਲਾਉਣ ਦੀ ਗੱਲ ਕੀਤੀ ਗਈ, ਕਿਉਂਕਿ ਅਜੇ 2.5 ਸਾਲ ਦੇ ਵਿੱਚ ਕੋਈ ਟੈਕਸ ਲਗਾਇਆ ਨਹੀਂ, ਜੇਕਰ ਕੋਈ ਨਵਾਂ ਟੈਕਸ ਲਾਉਣ ਦੀ ਗੱਲ ਕੀਤੀ ਗਈ ਤਾਂ ਸਭ ਤੋਂ ਵੱਧ ਰੌਲਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪਾਉਣਾ ਜੀ। ਇਹ ਦੱਸਣਾ ਇਨਕਮ ਦੇ ਸਾਧਨ ਕਿੱਥੋਂ ਪੈਦਾ ਹੋਣ ਜੀ। ਚਲੋ ਮੈਂ ਇੱਕ ਮਿੰਟ ਵਾਪਸ ਆਣਾ ਤੁਹਾਡੇ ਕੋਲ, ਮੈਂ ਤੁਹਾਡੀ ਜਾਣਕਾਰੀ ਚ ਇੱਕ ਵਾਅਦਾ ਕਰਦਾ। ਇੱਕ ਵਾਰ ਵਾਪਸ ਆਇਆ, ਇੱਕ ਮਿੰਟ ਦੇ ਦਿਓ ਜਗੀਰ ਸਿੰਘ, ਕਰੋੜ ਰੁਪਏ ਦਾ ਕਰਜ਼ਾਈ ਹੋਣਾ। ਠੀਕ ਹੈ ਜਗੀਰ ਸਿੰਘ, ਮੈਂ ਆਣਾ ਵਾਪਸ, ਮੈਨੂੰ ਥੋੜਾ ਜਿਹਾ ਟਾਈਮ ਦਿਓ, ਬਾਕੀ ਮੈਂ ਇਹਨਾਂ ਨਾਲ ਵੀ ਗੱਲ ਕਰ ਲਾਂ। ਤੁਹਾਡੀ ਜਾਣਕਾਰੀ ਦੇ ਵਿੱਚ ਵੀ ਵਾਅਦਾ ਕਰਦੀ ਹੈ, ਜਿਹੜਾ ਤੁਸੀਂ ਕਹਿੰਦੇ ਹੋ ਕਿ ਨਵਾਂ ਟੈਕਸ ਲਾਇਆ, ਪ੍ਰੋਫੈਸ਼ਨਲ ਟੈਕਸ ਤੁਹਾਨੂੰ ਯਾਦ ਹੋਵੇ ਤਾਂ ਉਹ ਲੱਗਿਆ। ਬਿਜਲੀ ਦੇ ਰੇਟ 14 ਵਾਰ ਰਿਕਾਰਡ ਹੈ ਕਿ ਪਿਛਲੇ 2.5 ਸਾਲਾਂ ਦੇ ਵਿੱਚ 14 ਵਾਰ ਵਧੇ ਨੇ ਬਿਜਲੀ ਦੇ ਰੇਟ। ਇਹ ਟੈਕਸ ਦਾ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਲੋਕਾਂ ਤੇ ਭਾਰ ਨਹੀਂ ਹੈ ਤਾਂ ਹੋਰ ਕੀ ਹੈ, ਇਹਦੇ ਬਾਰੇ ਵੀ ਮੈਂ ਤੁਹਾਡੇ ਤੋਂ ਪ੍ਰਤੀਕਰਮ ਲੈ ਲਾਂਗਾ। ਪਰ ਮੈਂ ਇਸ ਤੋਂ ਪਹਿਲਾਂ ਕੰਗ ਸਾਹਿਬ ਕੋਲ ਆਉਣਾ। ਕੰਗ ਸਾਹਿਬ, ਇਹ ਹਰ ਵਾਰੀ ਇਲਜ਼ਾਮ ਲੱਗਦਾ ਕਿ ਸਟੇਟ ਦੇ ਵਿੱਚ ਤੇ ਸੈਂਟਰ ਦੇ ਵਿੱਚ ਇੱਕੋ ਪਾਰਟੀ ਦੀ ਸਰਕਾਰ ਹੋਣੀ ਬੜੀ ਜ਼ਰੂਰੀ ਹੈ, ਨਹੀਂ ਤਾਂ ਹਾਲ ਪੰਜਾਬ ਵਰਗਾ ਹੁੰਦਾ। ਜੋ ਪੰਜਾਬ ਨਾਲ ਹੋ ਰਿਹਾ ਉਹ ਇਸੇ ਲਈ ਹੋ ਰਿਹਾ ਕਿ ਸੈਂਟਰ ਦੇ ਵਿੱਚ ਹੋਰ ਸਰਕਾਰ ਤੇ ਪੰਜਾਬ ਦੇ ਵਿੱਚ ਹੋਰ ਸਰਕਾਰ ਹੈ। ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੀ ਸਰਕਾਰ ਸਹੀ ਤਰੀਕੇ ਨਾਲ ਕੰਮ ਕਰੇ, ਇਸ ਲਈ ਕਰੋੜਾਂ ਰੁਪਈਆ ਦੱਬ ਕੇ ਬੈਠੇ ਹੋ। ਨਹੀਂ, ਮੈਂ ਹਰਪ੍ਰੀਤ ਜੀ ਫਿਗਰ ਛੱਡ ਦਿੰਨਾ, ਅਮਾਊਂਟ ਛੱਡ ਦਿੰਨਾ। ਜਿਸ ਦਿਨ ਤੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੀ ਹੈ, ਮੈਨੂੰ ਇੱਕ ਵੀ ਸਟੇਟਮੈਂਟ ਦੱਸ ਦਿਓ ਮੌਜੂਦਾ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਹੋਣਾ ਦੀ, ਜਿਹਦੇ 'ਚ ਉਹਨਾਂ ਨੇ ਹਾਮੀ ਭਰੀ ਹੋਵੇ
ਵੀ ਅਸੀਂ ਪੰਜਾਬ ਨੂੰ ਬਹੁਤ ਅੱਗੇ ਇਸ ਤਰੀਕੇ ਨਾਲ ਲੈ ਕੇ ਜਾਵਾਂਗੇ, ਪੰਜਾਬ ਦੇ ਆ ਜਿਹੜੇ ਟੀਚਰਾਂ ਦੀ ਸੈਲਰੀ ਵਧਾਵਾਂਗੇ, ਪੰਜਾਬ ਦਾ ਇਨਫਰਾਸਟ੍ਰਕਚਰ ਡਿਵੈਲਪ ਕਰਾਂਗੇ। ਇਹੀ ਮਨਪ੍ਰੀਤ ਸਿੰਘ ਬਾਦਲ ਸਾਡੇ ਅਲਾਈਅੰਸ ਦੀ ਸਰਕਾਰ 'ਚ ਫਾਈਨੈਂਸ ਮਿਨਿਸਟਰ ਸੀ, ਵੱਡੀਆਂ ਵੱਡੀਆਂ ਗੱਲਾਂ ਕਰਕੇ ਇਹੀ ਸੂਬਾ ਸੀ ਪੰਜਾਬ ਉਦੋਂ ਵੀ, ਇੱਥੇ ਹੀ ਟੈਕਸ ਉਦੋਂ ਇਕੱਠਾ ਹੁੰਦਾ ਸੀ, ਉਦੋਂ ਕਰਕੇ ਸਾਡੇ ਤੋਂ ਅੱਡ ਹੋ ਗਏ। ਆਪਣੀਆਂ ਨਾਕਾਮੀਆਂ ਹੁਣ ਤੇ ਉਦੋਂ ਚ ਫਰਕ ਹੈ ਨਾ, ਉਦੋਂ ਜੀਐਸਟੀ ਨਹੀਂ ਸੀ, ਹੁਣ ਜੀਐਸਟੀ ਆ। ਮੈਂ ਕਹਿ ਰਿਹਾ 2100 ਕਰੋੜ ਦੀ ਗੱਲ ਹੈ, 2100 ਕਰੋੜ 2 ਮਹੀਨੇ ਲੇਟ ਹੋ ਗਿਆ ਤੇ ਫਾਈਨੈਂਸ਼ੀਅਲ ਇਮਰਜੈਂਸੀ ਦੇ ਤੁਹਾਡੇ ਹਾਲਾਤ ਬਣ ਗਏ ਆ। ਕਿਤੇ ਨਾ ਕਿਤੇ ਆਪਣੀ ਮੰਜੇ ਥੱਲੇ ਸੋਟਾ ਮਾਰਨ ਜਿਹਦਾ ਡਾਕਟਰ ਸਾਹਿਬ ਦੇਖੋ ਤੁਹਾਡਾ ਜਿਹੜਾ ਰੈਵਨਿਊ ਇਕੱਠਾ ਕਰਨ ਦਾ ਉਹ ਕਿੰਨਾ, ਉਹਦੀ ਗਿਰਾਵਟ ਕਿੰਨੀ ਆ ਗਈ ਹੈ, ਟੈਕਸ ਇਕੱਠਾ ਨਹੀਂ ਹੋ ਰਿਹਾ। ਔਰ ਸੀਐਮ ਸਾਹਿਬ ਨੂੰ ਜਿਹੜਾ ਹੈਗਾ ਆ ਉਹ ਬਾਹਰ ਘੁੰਮਣ ਫਿਰਨ ਤੋਂ ਫੁਰਸਤ ਨਹੀਂ ਹੈਗੀ, ਔਰ ਤੁਸੀਂ ਦੁਨੀਆ ਭਰ ਦਾ ਆਪਣਾ ਪਰਸਨਲ ਸਟਾਫ ਸੀਐਮ ਆਫਿਸ ਦਾ ਤੇ ਐਡਵਾਈਜ਼ਰਾਂ ਦਾ, ਉਦੋਂ ਤੁਹਾਡੇ ਕੋਲ ਪੈਸਾ ਕਿੱਥੋਂ ਆ ਰਿਹਾ? ਸੈਲਰੀਆਂ ਵਧਾਉਣ ਵਾਸਤੇ ਪੈਸਾ ਕਿੱਥੋਂ ਆ ਰਿਹਾ? 14 ਵਾਰ ਬਿਜਲੀ ਦੇ ਰੇਟ ਵਧਾਤੇ, ਪੈਸਾ ਇਕੱਠਾ ਨਹੀਂ ਹੋ ਰਿਹਾ। ਟੀਚਰਾਂ ਦੀ ਸੈਲਰੀ ਜਿਹੜੀ ਪਿਛਲੀ ਸਰਕਾਰ ਦੇ ਰਹੀ ਸੀ ਉਸ ਤੋਂ ਘਟਾਤੀ। ਤੁਸੀਂ ਕਹਿੰਦੇ ਹੋ ਆਹੇ ਜੀ ਇਹਦੇ ਲਈ ਸੈਂਟਰ ਜ਼ਿੰਮੇਵਾਰ ਹੈ। ਮੈਂ ਮੰਨਦਾ ਇੱਕ ਗੱਲ ਬੜੀ ਇਮਾਨਦਾਰੀ ਨਾਲ ਹਰਪ੍ਰੀਤ ਜੀ, ਪੰਜਾਬ 'ਚ ਫਾਈਨੈਂਸ਼ੀਅਲ ਕ੍ਰਾਈਸਿਸ ਰਿਹਾ ਆ ਕਿਉਂਕਿ ਅਸੀਂ ਬੜਾ ਕਾਲੇ ਦੌਰ 'ਚੋਂ ਗੁਜ਼ਰੇ ਆ, ਉਹ ਅਲੱਗ ਗੱਲ ਹੈ। ਲੇਕਿਨ ਜਿਹੜੀ ਮੌਜੂਦਾ ਹਾਲਾਤ ਬਣੇ ਆ ਇਹ ਸਿਰਫ ਮਿਸ ਗਵਰਨੈਂਸ ਦੇ ਕਾਰਨ ਬਣੇ ਆ। ਇਹਨਾਂ ਦੀ ਉਦਾਸੀਨਤਾ ਮੈਂ ਕਹੂੰਗਾ, ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਹੈ। ਮੈਨੂੰ ਇੱਕ ਵੀ ਸਟੇਟਮੈਂਟ ਦੱਸ ਦਿਓ, ਪਹਿਲਾਂ ਕਹਿੰਦੇ ਸੀ 3 ਸਾਲ ਇਹ ਅਕਾਲੀ ਭਾਜਪਾ ਸਰਕਾਰ ਨੇ ਲੁੱਟ ਲਿਆ, ਹੁਣ ਕਹਿਣ ਲੱਗ ਗਿਆ ਜੀ ਇਹ ਵੀ ਸੈਂਟਰ ਸਰਕਾਰ ਸਾਨੂੰ ਕੋਆਪਰੇਟ ਨਹੀਂ ਕਰ ਰਹੀ। ਇਹ ਕਿਤੇ ਨਾ ਕਿਤੇ ਬਹਾਨੇਬਾਜ਼ੀਆਂ ਹੈ ਨਾ, ਇਸ ਕਰਕੇ। ਪਰ ਇਸ ਮਿਸ ਮੈਨੇਜਮੈਂਟ 'ਚ ਤੁਸੀਂ ਵੀ ਤਾਂ ਸ਼ਾਮਿਲ ਹੋ, ਤੁਸੀਂ ਕਿਉਂ ਨਹੀਂ ਦਿੰਦੇ ਉਹਨਾਂ ਦਾ 2100 ਕਰੋੜ ਰੁਪਈਆ? ਐਡੀ ਮੋਟੀ ਰਕਮ, ਜਿਹੜਾ ਸੂਬਾ ਪਹਿਲਾਂ ਹੀ ਇੰਨੇ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਹੋਵੇ, ਉਸ ਸੂਬੇ ਦੀ 2100 ਕਰੋੜ ਰੁਪਏ ਦੀ ਕਿਸ਼ਤ ਰੋਕ ਲਈ ਜਾਵੇ ਤੇ ਫਿਰ ਉਹ ਹਿੱਲੇਗਾ ਕਿ ਨਹੀਂ ਹਿੱਲੇਗਾ? ਜਦੋਂ ਹਰਪ੍ਰੀਤ ਜੀ ਜਦੋਂ ਅਸੀਂ ਕਲੇਮ ਕਰਨਾ ਨਾ ਕਿਸੇ ਚੀਜ਼ ਲਈ, ਸੈਂਟਰ ਤੋਂ ਪੈਸਾ ਲੈਣਾ, ਇੱਕ ਫੈਡਰਲ ਢਾਂਚੇ 'ਚ ਪੈਸਾ ਜਿਹੜਾ ਸਾਡਾ ਕਲੇਮ ਬਣਦਾ ਉਹ ਮਿਲਣਾ ਹੀ ਮਿਲਣਾ ਹੈ। ਲੇਕਿਨ ਸੈਂਟਰ ਸਰਕਾਰ ਦੇ ਪ੍ਰੋਜੈਕਟ ਤੇ ਪੈਸਾ ਕਿੱਥੇ ਖਰਚ ਹੋ ਰਿਹਾ, ਪਲੈਨਿੰਗ ਕੀ ਆ, ਉਹਨਾਂ ਦੀ ਯੋਜਨਾ ਕੀ ਆ, ਉਹਨਾਂ ਦਾ ਵਿਜ਼ਨ ਕੀ ਆ, ਇਹ ਡਾਕੂਮੈਂਟ ਵੀ ਤੇ ਸੈਂਟਰ ਦੇ ਅੱਗੇ ਰੱਖਣੇ ਪੈਣੇ ਆ। ਇਹਦੇ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਪੰਜਾਬ ਦੀ ਸਰਕਾਰ ਫੇਲ ਰਹੀ ਆ, ਕਿਉਂਕਿ ਸਭ ਤੋਂ ਵੱਡਾ ਕਾਰਨ ਹੈ ਇਹ ਮਿਸ ਗਵਰਨੈਂਸ ਹੈ, ਉਦਾਸੀਨਤਾ ਹੈ, ਸਟੇਟ ਵੱਲ ਧਿਆਨ ਨਹੀਂਗਾ। ਔਰ ਲੱਖਾਂ ਕਰੋੜਾਂ ਰੁਪਇਆ ਸਾਡਾ ਜਿਹੜੇ ਨੌਜਵਾਨ ਹੈ ਬਾਹਰਲੇ ਸੂਬਿਆਂ ਸਟੇਟਾਂ 'ਚ ਦੂਜੇ ਦੇਸ਼ਾਂ ਜਾ ਰਹੇ ਆ, ਉਹਦੇ ਬਾਰੇ ਸਰਕਾਰ ਧਿਆਨ ਨਹੀਂ ਦੇ ਰਹੀ। ਸਰਕਾਰ ਆਈਲੈਟਸ ਖੋਲ ਕੇ ਦੇ ਰਹੀ ਹੈ ਸੈਂਟਰ ਵੀ ਹੋਰ ਪੈਸਾ ਸਾਡਾ ਬਾਹਰ ਚਲੇ ਜਾਏ। ਅਮਰ ਤੋਂ ਮੈਂ ਇੱਕ ਰਿਐਕਸ਼ਨ ਲੈ ਲਾ ਫਿਰ ਆਇਆ। ਹਾਂਜੀ ਅਮਰ, ਤੁਹਾਡਾ ਕੀ ਰਿਐਕਸ਼ਨ ਹੈਗਾ? ਕਿਉਂਕਿ ਅਸੀਂ ਜਦੋਂ ਦੀ ਨਵੀਂ ਸਰਕਾਰ ਬਣੀ ਹੈ ਉਦੋਂ ਤੋਂ ਹੀ ਇੱਕ ਗੱਲ ਤਾਂ ਅਸੀਂ ਲਗਾਤਾਰ ਸੁਣਦੇ ਆ ਰਹੇ ਹਾਂ ਕਿ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, ਔਰ ਸਾਡੇ ਹਾਲਾਤ ਬੜੇ ਮਾੜੇ ਨੇ। ਇਸੇ ਕਰਕੇ ਜਿਹੜੇ ਵਾਅਦੇ ਵੀ ਕਾਂਗਰਸ ਨੇ ਕੀਤੇ ਸੀ ਉਹ ਪੂਰੇ ਨਹੀਂ ਹੋ ਸਕੇ, ਕਿਉਂਕਿ ਵਿੱਤੀ ਸੰਕਟ ਬੜਾ ਵੱਡਾ ਹੈਗਾ ਸਟੇਟ ਦੇ ਉੱਤੇ। ਜੀਐਸਟੀ ਲੱਗਣ ਤੋਂ ਬਾਅਦ ਇਹ ਕਿਹਾ ਗਿਆ ਸੀਗਾ ਕਿ ਹੁਣ ਸ਼ਾਇਦ ਹਾਲਾਤ ਸੁਧਰ ਸਕਦੇ ਨੇ। ਮੈਨੂੰ ਚੰਗੀ ਤਰ੍ਹਾਂ ਸਟੇਟਮੈਂਟ ਯਾਦ ਹੈ ਵਿੱਤ ਮੰਤਰੀ ਸਾਹਿਬ ਦੀ ਵੀ ਕਿ ਸਾਨੂੰ ਆਸ ਹੈ ਕਿ ਪੰਜਾਬ ਦੇ ਆਰਥਿਕ ਹਾਲਾਤ ਸੁਧਰਨਗੇ, ਪਰ ਇਹ ਤਾਂ ਸੁਧਰਨ ਦੀ ਬਜਾਏ ਹੋਰ ਡਿੱਗਦੇ ਜਾ ਰਹੇ ਨੇ। ਦੇਖੋ ਸਰ, ਕਾਰਨ ਇੱਕ ਆ, ਜਦੋਂ ਵੀ ਸਰਕਾਰਾਂ, ਚਾਹੇ ਕੋਈ ਸੈਂਟਰ ਗਵਰਨਮੈਂਟ ਹੋਵੇ, ਚਾਹੇ ਕੋਈ ਸਟੇਟ ਦੀ ਸਰਕਾਰ ਹੋਵੇ, ਚਾਹੇ ਅਕਾਲੀ, ਕਾਂਗਰਸ, ਬੀਜੇਪੀ, ਜਦੋਂ ਸਰਕਾਰਾਂ ਤੋਂ ਲੋਕਾਂ ਦਾ ਵਿਸ਼ਵਾਸ, ਲੋਕਾਂ ਦਾ ਟਰਸਟ ਉੱਠ ਜਾਂਦਾ ਏ ਤਾਂ ਉਦੋਂ ਚਾਹੇ ਤੁਸੀਂ ਸੈਂਟਰ ਲੈ ਲਓ, ਚਾਹੇ ਕੋਈ ਸਟੇਟ ਲੈ ਲਓ, ਉਦੋਂ ਇਦਾਂ ਦੇ ਹਾਲਾਤ ਪੈਦਾ ਹੀ ਹੁੰਦੇ ਆ। ਇਹ ਤੁਸੀਂ ਬਹਾਨਾ ਚਾਹੇ ਜੀਐਸਟੀ ਦਾ ਬਣਾ ਲਓ, ਕੋਈ ਮਰਜ਼ੀ ਬਹਾਨਾ ਲਾ ਲਓ, ਚਾਹੇ ਖਜ਼ਾਨਾ ਖਾਲੀ ਦਾ ਬਣਾ ਲਓ। ਖਜ਼ਾਨਾ ਖਾਲੀ ਭਰਨਾ ਕਿਹਨੇ ਆ? ਸਰਕਾਰ ਨੇ। ਸੈਂਟਰ ਨੇ ਵੀ ਉਹਦੇ ਵਿੱਚ ਪਾਰਟਿਸਿਪੇਟ ਕਰਨਾ, ਉਹਦੇ ਵਿੱਚ ਪੰਜਾਬ ਸਰਕਾਰ ਨੇ ਵੀ ਪਾਰਟਿਸਿਪੇਟ ਕਰਨਾ। ਅੱਜ ਪੂਰੇ ਦੇਸ਼ ਦੇ ਹਾਲਾਤ ਇਦਾਂ ਦੇ ਆ, ਪੂਰਾ ਦੇਸ਼ ਸੈਂਟਰ ਗਵਰਨਮੈਂਟ ਤੇ 1% ਵੀ ਯਕੀਨ ਨਹੀਂ ਕਰਦਾ। ਕਾਰਨ ਆ ਉਹਦਾ ਇੱਕ, ਕਿਉਂਕਿ ਜਿਹੜੀ ਆਸ ਦੇ ਵਿੱਚ ਲੋਕਾਂ ਨੇ ਮੋਦੀ ਸਾਹਿਬ ਨੂੰ ਐਡਾ ਵੱਡਾ ਬਹੁਮਤ ਦੇ ਕੇ ਦੇਸ਼ ਦੇ ਵਿੱਚ ਸਰਕਾਰ ਬਣਾਈ, ਇਹਨਾਂ ਦਾ ਸਿਸਟਮ ਉਸ ਤੋਂ ਬਿਲਕੁਲ ਉਲਟ ਚੱਲ ਪਿਆ। ਇਹ ਸਿਰਫ ਕਰਪਸ਼ਨ, ਐਂਟੀ ਕਰਪਸ਼ਨ ਕਰਕੇ ਕੰਮ ਨਹੀਂ ਚੱਲਣਾਗਾ। ਇਹ ਤੁਹਾਨੂੰ ਲੋਕਾਂ ਦੇ ਲਈ ਕੁਝ ਕਰਨਾ ਵੀ ਪੈਣਾ ਹੈ। ਤਾਂ ਪੂਰੇ ਦੇਸ਼ ਦੇ ਲੋਕਾਂ ਦਾ ਵੀ ਸੈਂਟਰ ਤੋਂ ਸਰਕਾਰ ਉੱਠ ਗਿਆ ਤੇ ਉਹਨਾਂ ਤਾਂ 10% ਉਹਨਾਂ ਦਾ ਉੱਠ ਗਿਆ ਤੇ ਪੰਜਾਬ ਸਰਕਾਰ ਨੇ ਤਾਂ 90% ਹੀ ਪੂਰਾ ਕਰਤਾ। ਮਤਲਬ ਲੋਕਾਂ ਵੱਲੋਂ 100% ਕੰਪਲੀਟ ਹੋ ਗਿਆ। ਨਾ ਲੋਕਾਂ ਨੂੰ ਸਟੇਟ ਗਵਰਨਮੈਂਟ ਤੇ ਕੋਈ ਵਿਸ਼ਵਾਸ ਆ, ਨਾ ਸੈਂਟਰ ਤੇ, ਕਿਉਂਕਿ ਕੋਈ ਪਾਲਿਸੀ ਨਹੀਂ ਆਈ। ਬਹੁਤ ਟਾਈਮ ਦੇ ਕਾਂਗਰਸ ਦੇ ਆਪਣੇ ਖਜ਼ਾਨਾ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ, ਇਹ ਕਹਿੰਦੇ ਨੇ ਖਜ਼ਾਨਾ ਖਾਲੀ ਆ। ਭਾਈ ਸਾਹਿਬ, ਭਰਨਾ ਕਿਹਨੇ ਆ? ਭਰਨਾ ਤਾਂ ਤੁਸੀਂ ਆ। ਸਾਨੂੰ ਵੀ ਪਤਾ ਖਜ਼ਾਨਾ ਖਾਲੀ ਆ।
ਜਦੋਂ ਤੁਸੀਂ ਮੈਨੀਫੈਸਟੋ ਬਣਾ ਰਹੇ ਸੀ, ਜਦੋਂ ਤੁਸੀਂ ਲਿਖ ਰਹੇ ਸੀ ਵੀ ਅਸੀਂ 50 ਲੱਖ ਨੌਕਰੀਆਂ ਦੇਵਾਂਗੇ, ਅਸੀਂ 2500 ਰੁਪਏ ਬੁਢਾਪਾ ਪੈਨਸ਼ਨ ਦੇਵਾਂਗੇ, ਅਸੀਂ 5 ਮਰਲੇ ਦੇ ਪਲਾਟ ਦੇਵਾਂਗੇ, ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ, ਅਸੀਂ ਪੈਨਸ਼ਨ ਬੁਢਾਪਾ ਪੈਨਸ਼ਨ ਇੰਨੇ ਕਰਾਂਗੇ, ਅਸੀਂ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਵਾਂਗੇ, ਅਸੀਂ ਸਮਾਰਟਫੋਨ ਦੇਵਾਂਗੇ। 120 ਪੇਜਾਂ ਤੁਸੀਂ ਮੈਨੀਫੈਸਟੋ ਬਣਾ ਲਿਆ। ਤੁਸੀਂ ਤਾਂ ਵਿੱਤ ਮੰਤਰੀ ਪੁਰਾਣੀ ਸਰਕਾਰ 'ਚ ਵੀ ਰਹੇ ਸੀਗੀ, ਤੁਸੀਂ ਤਾਂ ਤੁਹਾਨੂੰ ਪਤਾ ਸੀ ਪੂਰਾ ਨਹੀਂ ਹੋਣਾ। ਇਹਦਾ ਮਤਲਬ ਤੁਸੀਂ ਸ਼ਰੇਆਮ ਲੋਕਾਂ ਨਾਲ ਧੋਖਾ ਕਰਤਾ। ਇੱਕ ਮੈਂ ਤੁਹਾਨੂੰ ਇੱਕ ਹੋਰ ਡਿਟੇਲ 'ਚ ਥੋੜੀ ਜਿਹੀ ਗੱਲ ਦੱਸ ਦਿੰਦਾ। 44% ਲੋਸ 'ਚ ਚੱਲ ਰਿਹਾ, ਘਾਟੇ ਚੱਲ ਰਿਹਾ ਪੰਜਾਬ, ਠੀਕ ਆ, ਸਾਰੇ ਦੇਸ਼ ਨਾਲੋਂ ਪਹਿਲੇ ਨੰਬਰ ਤੇ ਚੱਲ ਰਿਹਾ। ਇਹਦਾ ਇੱਕ ਹੀ ਕਾਰਨ ਆ, ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਖਜ਼ਾਨਾ ਮੰਤਰੀ, ਪੰਜਾਬ ਦੇ ਸਾਰੇ ਕੈਬਨਿਟ ਮੰਤਰੀ, ਇਹਨਾਂ ਨੇ 2 ਮਹੀਨੇ ਜ਼ੋਰ ਲਾਇਆ ਸੀ ਪਹਿਲਾਂ ਜਦੋਂ ਸਰਕਾਰ ਆਈ ਵੀ ਅਸੀਂ ਕੁਝ ਕਰ ਸਕਦੇ ਹਾਂ। ਫਿਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਨੇ ਜਿਹੜਾ ਮੈਨੀਫੈਸਟੋ ਬਣਾਇਆ, ਇਹਨਾਂ ਕੋਲ ਕੋਈ ਪਾਲਿਸੀ ਹੈ ਨਹੀਂ ਸੀ, ਇਹਨਾਂ ਕੋਲ ਕੋਈ ਵੀ ਇਹੋ ਜਿਹਾ ਢਾਂਚਾ ਹੈ ਨਹੀਂ ਸੀ ਵੀ ਇਹਦੇ ਵਿੱਚ ਦੀ ਅਸੀਂ ਲੋਕਾਂ ਨੂੰ ਲੰਘਾ ਕੇ ਸਰਕਾਰ ਸਾਡੀ ਉਹ 'ਚ ਫਾਇਦਾ ਹੋ ਜੇ। ਤਾਂ ਕਰਕੇ ਹੁਣ ਕੀ ਹੋਇਆ, ਹੁਣ ਇਹਨਾਂ ਨੇ ਖਹਿੜਾ ਛੱਡਤਾ। ਹੁਣ ਕੈਪਟਨ ਸਾਹਿਬ ਦਾ ਕੋਈ ਧਿਆਨ ਨਹੀਂ, ਨਾ ਖਜ਼ਾਨਾ ਮੰਤਰੀ ਸਾਹਿਬ ਦਾ ਕੋਈ ਧਿਆਨ ਆ। ਹੁਣ ਇਹਨਾਂ ਨੇ ਲੋਕਾਂ ਨੂੰ ਲੋਕਾਂ ਦੇ ਹਾਲ ਤੇ ਛੱਡ ਦਿੱਤਾ। ਹੁਣ ਇਹ ਬਸ ਬਹਾਨੇ ਲੱਭਣਗੇ, ਫਲਾਣੇ GST ਨਾਲ ਇਦਾਂ ਹੋ ਗਿਆ ਜਾਂ ਕੋਈ ਹੋਰ ਪਾਲਿਸੀ ਆ ਗਈ ਉਹਦੇ ਨਾਲ ਖਰਾਬ ਹੋ ਗਿਆ, ਪਰ ਇਹਨਾਂ ਦਾ ਧਿਆਨ ਹੀ ਹੈ ਨਹੀਂ, ਕੁਝ ਨਹੀਂ ਕਰ ਰਹੇ। ਮੈਂ ਤੁਹਾਨੂੰ ਥੋੜੀ ਦੱਸਦਾ ਦੀ ਗੱਲ ਜਿਹੜੀ ਪਹਿਲਾਂ ਵੀ ਆਈ ਹੈ ਉਹ ਫਿਰ ਤੁਸੀਂ ਵੀ ਕੀਤੀ ਹੈ ਕਿ ਮਿਸਮੈਨੇਜਮੈਂਟ ਹੈਗਾ, ਧਿਆਨ ਨਹੀਂ ਹੈਗਾ। ਮੈਂ ਵਾਪਸ ਆਣਾ, ਪਰ ਸਾਡੇ ਐਕਸਪਰਟ ਤੋਂ ਇੱਕ ਪ੍ਰਤੀਕਰਮ ਲੈਣਾ ਬੜਾ ਜ਼ਰੂਰੀ ਹੈ। ਟਾਈਗਰ ਚੰਡੋਕ ਸਾਹਿਬ, ਮੈਂ ਸਾਰੀਆਂ ਗੱਲਾਂ ਨੂੰ ਛੱਡ ਕੇ 44% ਘੱਟ ਰੈਵਨਿਊ ਜਨਰੇਟ ਹੋਣਾ, ਇਕੱਠਾ ਹੋਣਾ, ਇਸ ਨੂੰ ਕਿੰਨਾ ਕੁ ਤੁਸੀਂ ਫਿਕਰਮੰਦ ਬੰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਨਾਰਮਲ ਹੈ? ਸਰ ਇਹ ਬਹੁਤ ਜ਼ਿਆਦਾ ਫਿਕਰਮੰਦ ਗੱਲ ਹੈਗੀ ਹੈ। ਔਰ 44% ਡੈਫਿਸਿਟ ਹੋਣਾ ਇਹ ਅਨਮੈਨੇਜੇਬਲ ਸਿਚੁਏਸ਼ਨ ਹੈ। ਇਹ ਹੁਣ ਸਟੇਟ ਲੈਵਲ ਨਹੀਂ ਮੈਨੇਜ ਕਰ ਸਕਦੀ। ਇਹਦੇ 'ਚ ਕਿਹੜੀ ਵੀ ਪਾਰਟੀ ਦੀ ਸਰਕਾਰ ਹੋਵੇ, ਇਹ ਫਾਈਨੈਂਸ ਇਸ ਲੈਵਲ ਤੇ ਹੈਂਡਲ ਨਹੀਂ ਹੋ ਸਕਦੇ। ਜਦ ਤੁਹਾਡੀ ਇੰਟਰਸਟ ਕਾਸਟ ਇੰਨੀ ਜ਼ਿਆਦਾ ਵੱਧ ਜਾਵੇ ਤੇ ਕਿ ਪ੍ਰਿੰਸੀਪਲ ਤਾਂ ਦੂਰ ਦੀ ਗੱਲ ਹੈ, ਇੰਟਰਸਟ ਕਾਸਟ ਹੀ ਸਰਵਿਸ ਨਹੀਂ ਹੋ ਪਾਏਗੀ ਤਾਂ ਮੂਲ ਤਾਂ ਅਸੀਂ ਕਦੋਂ ਮੋੜਾਂਗੇ? ਮੈਂ ਇੱਕ ਕੰਪਨਸੇਸ਼ਨ ਸੈਸ 'ਚ ਇੱਕ ਗੱਲ ਕਲੈਰਿਟੀ ਦੇਣਾ ਚਾਹੁੰਦਾ ਤੁਹਾਡੀ ਆਡੀਅנס ਨੂੰ। ਇਹ ਚੀਜ਼ ਕੀ ਹੈ, ਇਹ ਆਈ ਕਿੱਥੇ, ਇਹਦਾ ਰੈਲੇਵੈਂਸ ਕੀ ਹੈ? ਹੋਇਆ ਇਹ ਸੀਗਾ ਜੀ, 1 ਜੁਲਾਈ 2017 ਨੂੰ GST ਇਨਡਾਇਰੈਕਟ ਟੈਕਸ ਰਜੀਮ ਭਾਰਤ ਦੇ ਵਿੱਚ ਆਇਆ ਜੀ। ਇਹ ਫੈਡਰਲ ਸਟਰਕਚਰ ਦੇ ਹਿਸਾਬ ਨਾਲ ਇਹਦੇ GST ਕਾਉਂਸਲ ਬਣੀ ਔਰ GST ਕਾਉਂਸਲ ਪਿਛਲੇ 6 ਮਹੀਨੇ ਸਾਲ ਤੋਂ ਡਿਸਕਸ਼ਨ ਕਰਦੀਆਂ ਰਹੀਆਂ। ਸਟੇਟ ਸਾਰੀਆਂ ਇਸ ਗੱਲ ਤੇ ਅੜ ਗਈ ਕਿ ਜੇ ਸਾਡੇ ਕੋਲ ਫਾਈਨੈਂਸ਼ੀਅਲ ਕੰਟਰੋਲ ਨਿਕਲ ਜਾਏਗਾ, ਫਾਈਨੈਂਸ਼ੀਅਲ ਲਿਬਰਟੀ ਨਿਕਲ ਜਾਏਗੀ ਤਾਂ ਅਸੀਂ ਇਹਨੂੰ ਕੰਟਰੋਲ ਕਿੱਦਾਂ ਕਰਾਂਗੇ। ਤੇ ਉਹਨਾਂ ਨੇ ਹਰ ਸਟੇਟ ਨੂੰ ਕਿਹਾ ਤੁਸੀਂ ਸਟੱਡੀ ਕਰੋ ਤੁਹਾਡੇ ਲਾਸਟ 2 ਜਾਂ 3 ਸਾਲ 'ਚ ਰੈਵਨਿਊ ਗਰੋਥ ਕਿੰਨੀ ਹੁੰਦੀ ਹੈ ਤੁਹਾਡੀ। ਉਹ ਇੱਕ ਫਿਗਰ ਤੇ ਆਏ। ਕੁਝ ਸਟੇਟ ਸੀਗੀ ਬਿਹਾਰ, ਜਿਹੜੀ ਨਿਤਿਸ਼ ਕੁਮਾਰ ਜੀ ਨੇ ਬਹੁਤ ਜ਼ਿਆਦਾ ਗਰੋਥ ਕਰਾਈ, ਉਹਨਾਂ ਦੀ ਬਹੁਤ ਪਰਸੈਂਟੇਜ ਜ਼ਿਆਦਾ ਚਲੀ ਗਈ। ਉਹਨਾਂ ਨੇ ਫਿਰ ਇੱਕ ਐਵਰੇਜ ਫਿਗਰ 14% ਦਾ ਕੱਢਿਆ। ਪੁਆਇੰਟ ਇਹ ਸੀਗਾ ਕਿ ਜੇ ਤੁਹਾਡਾ 100 ਰੁਪਏ ਰੈਵਨਿਊ ਹੁੰਦਾ ਹੈ, 114 ਹੋਣਾ ਚਾਹੀਦਾ, ਉਹਦੇ ਤੇ ਕੰਪਾਊਂਡਿੰਗ ਲਾ ਕੇ 129 ਔਰ ਫਿਰ 144 ਜਾਂ ਜੋ ਕੁਝ ਵੀ ਹੋਣਾ ਚਾਹੀਦਾ। ਜਿਵੇਂ ਮਿਸਟਰ ਢਿੰਸਾ ਨੇ ਬੜਾ ਅੱਛਾ ਐਲੈਬੋਰੇਟ ਕੀਤਾ ਕਿ ਲੈਟ ਅਸ ਸੇ ਉਹ 108 ਹੁੰਦਾ ਹੈ, ਸਰਕਾਰ ਨੇ ਕਿਹਾ ਸੈਂਟਰਲ ਗਵਰਨਮੈਂਟ 6 ਰੁਪਏ ਅਸੀਂ ਦੇਵਾਂਗੇ। ਇਹ ਸਰਕਾਰ ਨੇ ਇਸ ਕਰਕੇ ਕਿਹਾ ਕਿਉਂਕਿ ਸਟੇਟਸ ਨੇ ਸਾਰਿਆਂ ਨੇ ਇਨਕਲੂਡਿੰਗ BJP ਇਨਕਲੂਡਿੰਗ ਕਾਂਗਰਸ ਨੇ ਕਹਿਤਾ ਜੇ ਤੁਸੀਂ ਕੰਪਨਸੇਸ਼ਨ ਨਹੀਂ ਦੋਗੇ ਅਸੀਂ GST ਪਾਸ ਨਹੀਂ ਹੋਣ ਦੇਵਾਂਗੇ। GST ਕਾਉਂਸਲ ਇੱਥੇ ਤੱਕ ਜੋ ਅਨਆਫੀਸ਼ੀਅਲ ਗੱਲ ਹੈ ਕਿ ਪਹਿਲਾਂ 3 ਸਾਲ ਤੇ ਅਟਕੀ, ਪਰ ਜਦ ਲੱਗਿਆ BJP ਨੂੰ ਸੈਂਟਰ ਨੂੰ ਕਿ ਨਹੀਂ ਹੋਣਾ 5 ਸਾਲ ਹੋਣਾ ਹੈ, ਉਹਨਾਂ ਨੇ 5 ਸਾਲ ਕਰਕੇ ਕਲੋਜ਼ ਕਰਕੇ GST ਪਾਸ ਕਰਾ ਦਿੱਤਾ। ਹੁਣ ਪੁਆਇੰਟ ਇਹ ਹੈ ਕਿ ਇਹ ਡਿਫਰੈਂਸ਼ੀਅਲ ਦੇਣ ਦੀ ਗੱਲ ਹੁੰਦੀ ਜੀ, ਕੰਪਨਸੇਸ਼ਨ ਮੂਲ ਦੀ ਗੱਲ ਨਹੀਂ ਹੈ। ਇਟ ਇਜ਼ ਸੇਇੰਗ ਕਿ ਤੁਸੀਂ ਕੋਈ ਘਾਟਾ ਵਾਧਾ ਹੋਏਗਾ ਤਾਂ ਅਸੀਂ ਸਮਝੋ ਫਾਦਰ ਬੈਠੇ ਹਾਂ, ਅਸੀਂ ਤੁਹਾਨੂੰ ਸਪੋਰਟ ਕਰਾਂਗੇ, ਪਰ ਇਹ ਜੇ ਇਹਦੇ ਉੱਤੇ ਹੀ ਚੱਲਣਾ ਸ਼ੁਰੂ ਹੋ ਜਾਵਾਂਗੇ ਅਸੀਂ, ਫਿਰ ਤਾਂ ਗੱਲ ਚੱਲ ਨਹੀਂ ਸਕਦੀ। ਜੇ 44% ਡੈਫਿਸਿਟ ਹੈ, ਮੰਨੇ ਕਿ ਪੰਜਾਬ ਦੀ ਇੱਕ ਪਾਸਟ ਰਿਹਾ ਜਿਹਦੇ ਵਿੱਚ ਬਹੁਤ ਸਾਰਾ ਕਰਜ਼ਾ ਪੰਜਾਬ ਨੇ ਲਿੱਤਾ, ਜਾਂ ਤਾਂ ਉਹ ਸੈਂਟਰ ਤੇ ਸਟੇਟ ਇੱਕ ਵਾਰ ਜਾ ਕੇ ਗੱਲ ਕਰਨ, ਕਲੀਨ ਸਲੇਟ ਤੇ ਸਟਾਰਟ ਕਰਨ। ਹੁਣ ਤੁਸੀਂ ਆਂਧਰਾ ਪ੍ਰਦੇਸ਼, ਤੇਲੰਗਾਨਾ ਮੇਰੇ ਲਈ ਦੋਨੋਂ ਹੀ ਨਵੀਆਂ ਸਟੇਟਸ ਹੈ। ਉੱਥੇ ਦੇ CMs ਦੇਖ ਲਓ ਤੁਸੀਂ, ਇੰਨੇ ਪ੍ਰੋਗਰੈਸਿਵ ਹੈਗੇ, ਕੰਪੀਟ ਕਰਦੇ ਕੰਪੀਟੀਟਿਵ ਇੰਡੈਕਸ। ਮੇਰੇ ਸਾਹਮਣੇ ਤਾਂ ਦੋਨੋਂ ਹੀ ਨਵੀਂ ਸਟੇਟਸ ਹੈਗੀਆਂ ਜੀ। ਮਤਲਬ ਮੰਨ ਲਿਆ ਕਿ ਬਾਈਫਰਕੇਸ਼ਨ ਹੋਈ ਹੈ, ਪਰ ਆਂਧਰਾ ਪ੍ਰਦੇਸ਼ ਨੂੰ ਕੀ ਮਿਲਿਆ ਤੇ ਤੇਲੰਗਾਨਾ ਤਾਂ ਪੂਰਾ ਹੈਦਰਾਬਾਦ ਦੇ ਇਲਾਵਾ ਉਹਦੇ ਕੋਲ ਕੁਝ ਹੈ ਹੀ ਨਹੀਂ ਹੈ। ਉਹ ਇੰਨੇ ਕੰਪੀਟੀਟਿਵ ਨੇ, ਉਹ ਤਾਂ ਇਸ ਗੱਲ ਦੇ ਉੱਤੇ ਨਹੀਂ ਕਹਿੰਦੇ, ਉਹ ਤਾਂ ਕਹਿੰਦੇ ਅਸੀਂ ਰੈਵਨਿਊ ਇੰਪਲੀਮੈਂਟ ਕਰਾ ਕੇ ਛੱਡਾਂਗੇ। ਮੈਨੂੰ ਲੱਗਦਾ ਹੈ ਜੀ ਜਿਵੇਂ ਕਹਿੰਦੇ ਨਾ, ਅਸੀਂ ਬਾਹਰ ਦੇ ਮੁਲਕਾਂ ਨੂੰ ਕੰਪੇਅਰ ਕਰਦੇ, ਅਸੀਂ ਕਹਿੰਦੇ ਜੀ ਉੱਥੇ ਨਿਯਮ ਬੜੇ ਸਖਤ ਹੈ। ਜੀ ਨਿਯਮ ਸਾਡੇ ਵੀ ਬਹੁਤ ਸਖਤ ਹੈ, ਇੰਪਲੀਮੈਂਟ ਹੀ ਨਹੀਂ ਹੋਣਗੇ ਤੇ ਗੱਲ ਕੀ ਹੈ। ਜੇ ਸਾਡੀ ਇੱਕ ਗੱਲ ਦੱਸੋ ਮੈਨੂੰ ਟਾਈਗਰ ਸਾਹਿਬ, ਜਿਹੜੀ ਵਾਰ-ਵਾਰ ਇਹ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ 44% ਦਾ ਜਿਹੜਾ ਘਾਟਾ ਆਇਆ, ਇਹਦੇ ਵਿੱਚ ਤੁਹਾਨੂੰ ਰੀਜ਼ਨ ਵੱਡਾ ਮੋਟਾ ਕੀ ਨਜ਼ਰ ਆਉਂਦਾ? ਸਰਕਾਰ ਕਹਿੰਦੀ ਹੈ ਕਿ ਅਸੀਂ ਨਵਾਂ ਕੋਈ ਟੈਕਸ ਲਾਣਾ ਨਹੀਂ ਚਾਹੁੰਦੇ, ਨਵਾਂ ਕੋਈ ਅਸੀਂ ਭਾਰ ਜਿਹੜਾ ਜਨਤਾ ਤੇ ਪਾਣਾ ਨਹੀਂ ਚਾਹੁੰਦੇ। ਅਜਿਹੇ ਦੇ ਵਿੱਚ ਫਿਰ ਟੈਕਸ ਜਨਰੇਟ, ਨਵੇਂ ਟੈਕਸ ਜਾਂ ਰੈਵਨਿਊ ਜਨਰੇਟ ਕਿਵੇਂ ਹੋਏਗਾ? ਸਰ ਦੇਖੋ, ਪੰਜਾਬ ਦੀ ਪਹਿਲਾਂ ਜਦ ਸੂਬਾ ਬਣਿਆ ਸੀਗਾ, ਯੂਨਾਈਟਿਡ ਸੂਬਾ ਜਦ ਸੀਗਾ, ਤਦ ਵੀ ਐਗਰੀਕਲਚਰਲ ਇਕਨੋਮੀ ਸੀਗੀ। ਉਹ ਬਾਅਦ 'ਚ ਜਦ 3 ਸੂਬਿਆਂ ਟੁੱਟ ਗਿਆ, ਉਹਦੇ ਬਾਅਦ ਵੀ ਐਗਰੀਕਲਚਰ ਡਿਪੈਂਡੈਂਸ ਸਾਡੀ ਬਹੁਤ ਰਹੀ ਹੈ। ਪਰ ਇੱਕ ਟਾਈਮ ਸੀ ਐਗਰੀਕਲਚਰ ਸਾਡਾ ਬਹੁਤ ਵੱਡਾ ਪਲੱਸ ਪੁਆਇੰਟ ਹੁੰਦਾ ਸੀ। ਅਸੀਂ ਉਸੇ ਕਰਕੇ ਇੰਨੀ ਪ੍ਰੋਗਰੈਸ ਅੱਜ ਪੰਜਾਬ ਪਹੁੰਚਿਆ ਵੀ ਹੈ, ਇਹ ਵੀ ਫੈਕਟ ਹੈਗਾ। ਗ੍ਰੀਨ ਰੈਵੋਲੂਸ਼ਨ ਆਈ, ਸਾਰੀਆਂ ਚੀਜ਼ਾਂ ਆਈਆਂ, ਅਸੀਂ ਫੂਡ ਬਾਲ ਆਫ ਦੀ ਕੰਟਰੀ ਬਣੇ। ਅਜੇ ਪੰਜਾਬ ਹਰਿਆਣਾ ਮੇਨ ਕੰਟਰੀਬਿਊਟਰ ਹੈ।
ਬਟ ਫੈਕਟ ਆਫ ਦਾ ਮੈਟਰ ਟਾਈਮ ਨਾਲ ਹਰ ਚੀਜ਼ ਬਦਲਦੀ ਹੈ। ਇੰਡਸਟਰੀਅਲ ਰੈਵੋਲੂਸ਼ਨ ਜਿਹੜੀ ਯੂਕੇ 'ਚ 100 ਸਾਲ ਪਹਿਲਾਂ ਹੀ, ਅਸੀਂ ਪਿੱਛੇ ਚੱਲ ਰਹੇ ਹਾਂ, ਸਾਡੇ 'ਚ ਆਉਣੀ ਚਾਹੀਦੀ। ਉਹ ਸਟਾਰਟਿੰਗ 'ਚ ਆਈ, ਫਿਰ ਕੋਈ ਪਾਰਟ ਆ ਗਿਆ, ਨਹੀਂ ਆਈ, ਫਿਰ ਉੱਥੇ ਐਕਸਾਈਜ਼ ਪਾਲਿਸੀ ਚਲੀ ਗਈ। ਪਰ ਫਿਰ ਪੰਜਾਬ ਸਟੇਟ ਨੂੰ ਇਹ ਦੇਖਣਾ ਹੈ ਕਿ ਅਸੀਂ ਕਿੱਦਾਂ ਇੰਡਸਟਰੀ ਲਿਆ ਸਕਦੇ। ਹਾਰਡ ਵਰਕਿੰਗ ਸਾਡਾ ਯੂਥ, ਇੰਟਰਪ੍ਰਾਈਜ਼ਿੰਗ ਸਾਡਾ ਯੂਥ, ਉਹ ਕੈਨੇਡਾ US ਜਾ ਕੇ ਸਾਰੇ ਪੰਜਾਬੀ ਅਮੀਰ ਬੈਠੇ ਆ, ਪਰ ਜਿੱਥੇ ਪੰਜਾਬ ਤੋਂ ਨਿਕਲੇ, ਜਿੱਥੋਂ ਉਹਨਾਂ ਦਾ ਵੇਅਰ ਦੇ ਹੈਵ ਓਰੀਜਿਨੇਟਡ, ਉਹਦਾ ਹੀ ਮਤਲਬ ਹਾਲ ਇੰਨਾ ਮਾੜਾ ਹੈ ਨਾ। ਉਹ ਪੈਸਾ ਵਾਪਸ ਆ ਰਿਹਾ। ਇਹਦਾ ਮਤਲਬ ਜਿਹੜਾ ਬਾਹਰ ਦਾ ਇੰਡਸਟਰੀਅਲਿਸਟ ਬੈਠਾ ਹੈ, ਲਾਰਡ ਸਵਰਾਜ ਪੌਲ ਹੈ, ਮਿਸਟਰ ਚਟਵਾਲ, ਜਿਹੜਾ ਵੀ ਹੈ, ਮਤਲਬ ਮੈਂ ਨਾਂ ਨਹੀਂ ਲੈ, ਮਤਲਬ ਉਹਦਾ ਗੱਲ ਕਰੇ, they are not sending money back. That means ਉਹਨਾਂ ਦਾ ਕੌਨਫੀਡੈਂਸ, ਉਹ ਚੇਨਈ 'ਚ ਪੈਸਾ ਪਾ ਸਕਦੇ ਹੈ, ਗੁਜਰਾਤ 'ਚ ਪਾ ਸਕਦੇ ਹੈ। ਔਰ ਇੱਕ ਗੱਲ ਇਹ ਹੈ ਜੀ, ਇਹ ਜਿਹੜੀ ਫਾਈਨੈਂਸ਼ੀਅਲ ਆਟੋਨਮੀ ਸਟੇਟ ਦੀ GST ਦੇ ਬਾਅਦ ਕਰਟੇਲ ਹੋਈ ਹੈ, ਲੇਕਿਨ ਲਿਕਰ ਰੈਵਨਿਊ ਸਟੇਟ ਕੋਲ ਹੈ। ਪੰਜਾਬ ਦੀ ਲਿਕਰ ਚੰਡੀਗੜ੍ਹ ਨਾਲ, ਮੈਂ ਕਹਿੰਦਾ ਸਟੇਟ ਕੈਪੀਟਲ ਹੈ, ਤੁਹਾਨੂੰ ਡਬਲ ਦੇ ਮਿਲੇਗੀ ਜੀ। ਤੇ ਇਹ ਮਤਲਬ ਰੈਵਨਿਊ ਤਾਂ ਜਨਰੇਟ ਹੋ ਰਿਹਾ, ਤੇ ਰੈਵਨਿਊ ਕਿੱਥੇ ਜਾ ਰਿਹਾ ਜੀ? ਜੀ। ਔਰ ਹੋਰ ਤੁਸੀਂ ਪੈਟਰੋਲ ਦਾ ਡਿਫਰੈਂਸ ਦੇਖੋ, ਪੰਜਾਬ ਚੰਡੀਗੜ੍ਹ ਦਾ ਇੰਨਾ ਜ਼ਿਆਦਾ ਹੁੰਦਾ ਹੈ ਜੀ। ਡੀਜ਼ਲ ਵੀ ਮੈਨੂੰ ਲੱਗਦਾ ਹਰਿਆਣਾ ਜਿਹੜਾ ਪੰਜਾਬ ਤੋਂ ਵੀ ਘੱਟ ਹੋ ਗਿਆ ਹੈ, ਤੇ ਇਹ ਸਾਰਾ ਰੈਵਨਿਊ ਕਿੱਥੇ ਜਾ ਰਿਹਾ? ਇਹਦਾ ਮਤਲਬ ਰੈਵਨਿਊ ਸਰ, ਇੱਕ ਮੈਂ ਛੋਟੀ ਜਿਹੀ ਸਲਾਹ ਇਹ ਦੇਣਾ ਚਾਹੁੰਦਾ, ਜਿਵੇਂ ਇਹਨਾਂ ਨੂੰ ਆਊਟ ਆਫ ਬਾਕਸ ਸੋਚਣਾ ਪਏਗਾ। ਲਾਈਕ ਸਰਕਾਰ ਨੇ ਹੁਣ ਕਿਹਾ BSL MTNL ਅਸੀਂ EMPLOYEES ਨੂੰ ਕੰਪਲਸਰੀ ਅਸੀਂ VRS ਦਵਾਂਗੇ। ਅਸੀਂ ਪੈਨਸ਼ਨ ਤਾਂ ਨਹੀਂ ਕਟਾ ਸਕਦੇ, ਕਿਉਂਕਿ ਜਿੰਨਾ ਬੰਦਾ ਪੈਨਸ਼ਨ ਲੈ ਰਿਹਾ, ਲੇਕਿਨ ਜੇ ਇੰਨਾ ਵੱਡਾ ਸਾਡਾ ਸਟੇਟ ਐਕਸਚੇਂਜਰ ਜਿਹੜਾ ਹੈ ਉਹ ਸਿਰਫ ਤਨਖਾਹਾਂ ਨੂੰ ਦੇਣ ਲੱਗ ਜਾਏਗਾ। ਅਸੀਂ ਤਾਂ ਹਲੇ ਸਟੇਟ ਦੀ ਕੈਪੀਟਲ ਐਕਸਪੈਂਡੀਚਰ ਦੀ ਗੱਲ ਹੀ ਨਹੀਂ ਕੀਤੀ ਜੀ, ਕੋਈ ਰੋਡਾ ਵੋਡਾ ਦੀ ਤਾਂ ਗੱਲ ਹੀ ਨਹੀਂ ਹੋਈ। ਤੇ ਮਤਲਬ ਰੈਵਨਿਊ ਕੱਟ ਹੋ ਸਕਦਾ ਹੈ, ਪਰ ਉਹ ਕੱਲਾ ਪੰਜਾਬ ਨੂੰ ਥੋੜਾ ਹੈ, ਪੂਰੇ ਪੈਨ ਇੰਡੀਆ ਨੂੰ ਕੱਟ ਹੈ। ਤੇ ਬਾਕੀ ਸਟੇਟਸ ਐਫਰਟਸ ਕਰ ਰਹੇ ਨੇ ਇਨਕਰੀਜ਼ ਕਰਨ ਲਈ, ਤੇ ਸਾਡੀ ਇੰਪਲੀਮੈਂਟੇਸ਼ਨ ਕਿਉਂ ਨਹੀਂ ਹੋ ਰਹੀ? ਬਿਲਕੁਲ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਢੀਂਡਸਾ ਸਾਹਿਬ ਇੱਕ ਗੱਲ ਦੱਸੋ, ਹੁਣੇ ਤੁਸੀਂ ਕਿਹਾ ਕਿ ਇਹਨਾਂ ਨੇ ਕੋਈ ਐਫਰਟ ਹੀ ਨਹੀਂ ਕੀਤਾ ਕਿ ਕਿੱਦਾਂ ਅਸੀਂ ਪੰਜਾਬ ਦੀ ਕਮਾਈ ਵਧਾਈਏ, ਕਿੱਦਾਂ ਐਸੈਟ ਵਧਣ। ਦੂਜੇ ਪਾਸੇ ਡਾਕਟਰ ਜਗੀਰ ਸਿੰਘ ਕਹਿੰਦੇ ਨੇ ਕਿ ਅਸੀਂ ਜਦੋਂ ਵੀ ਇਹ ਸੋਚਦੇ ਹਾਂ ਕਿ ਨਵਾਂ ਕੋਈ ਟੈਕਸ ਲਗਾਈਏ ਜਾਂ ਛੋਟਾ ਮੋਟਾ ਕੁਝ ਟੈਕਸ ਲਗਾ ਕੇ ਅਸੀਂ ਰੈਵਨਿਊ ਜਨਰੇਟ ਕਰੀਏ, ਤਾਂ ਸਭ ਤੋਂ ਪਹਿਲਾਂ ਅਕਾਲੀ ਦਲ ਰੌਲਾ ਪਾਉਂਦਾ ਵੀ ਇਹ ਜਿਹਾ ਨਹੀਂ ਹੋਣਾ ਚਾਹੀਦਾ। ਲੋਕਾਂ ਤੇ ਅਸੀਂ ਵਜ਼ਨ ਨਹੀਂ ਪਾਉਣਾ ਚਾਹੁੰਦੇ, ਅਸੀਂ ਵਜ਼ਨ ਆਪਣੇ ਤੇ ਸਹਿਣ ਕਰ ਸਕਦੇ ਹਾਂ। ਅਜਿਹੇ ਦੇ ਵਿੱਚ ਫਿਰ ਕਮਾਈ ਕਿਵੇਂ ਵਧੇਗੀ? ਦੇਖੋ, ਇਹ 'ਚ ਦੋ ਚੀਜ਼ਾਂ ਨੇ। ਇੱਕ ਤਾਂ ਟਾਈਗਰ ਜੀ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ। ਮੈਂ ਇੱਕ ਥੋੜੀ ਜਿਹੀ ਕਲੈਰੀਫਾਈ ਕਰਨਾ ਚਾਹੁੰਦਾ ਵੀ ਜਿਹੜਾ 44% ਡੈਫਿਸਿਟ ਹੈ, ਉਹ ਬਜਟ ਡੈਫਿਸਿਟ ਦੀ ਨਹੀਂ ਅਸੀਂ ਗੱਲ ਕਰ ਰਹੇ, ਉਹ ਕਰ ਰਹੇ ਹਾਂ ਵੀ ਜਿਹੜਾ GST ਦਾ ਹੈ। ਬਿਲਕੁਲ। ਜੇ 100 ਰੁਪਇਆ ਇਕੱਠਾ ਕਰਨਾ ਸੀਗਾ, ਟੋਟਲ ਅਮਾਊਂਟ 100 ਰੁਪਇਆ ਬਣਦਾ ਹੈ, ਤਾਂ ਉਹਦੇ ਵਿੱਚੋਂ ਸਿਰਫ 56 ਰੁਪਏ ਜਿਹੜੇ ਨੇ ਪੰਜਾਬ ਕਲੈਕਟ ਕਰ ਰਿਹਾ, ਤੇ 44 ਰੁਪਏ ਉਹ ਆ ਰਹੇ ਨੇ ਇਹਨਾਂ ਨੂੰ ਸਾਡੀ ਕੰਪਨਸੇਸ਼ਨ ਦੇ ਫੰਡ ਦੇ ਵਿੱਚੋਂ। ਦੈਟ ਮੀਨਸ ਵੀ ਪਰਫਾਰਮੈਂਸ ਇੰਨੀ ਮਾੜੀ ਹੈ ਵੀ 40% ਆਫ ਟੋਟਲ GST ਇਨਕਮ ਕੰਪਨਸੇਸ਼ਨ ਫੰਡ ਚੋਂ ਆ ਰਹੀ ਹੈ। ਸੋ ਦੈਟ ਮੀਨਸ ਆਪਦੀ ਇਹਨਾਂ ਦੀ ਕੋਈ ਜਨਰੇਸ਼ਨ ਨਹੀਂ ਹੈ। ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਵੀ ਟੈਕਸ ਟੈਕਸ ਲਾਉਣਾ ਜ਼ਰੂਰੀ ਨਹੀਂ ਹੁੰਦਾ ਇਨਕਮ ਵਧਾਉਣ ਵਾਸਤੇ। ਜਿਵੇਂ GDP ਗਰੋ ਕਰਦੀ ਹੈ, ਜਿਵੇਂ ਕੰਜ਼ੰਪਸ਼ਨ ਵੱਧਦੀ ਹੈ, ਉਵੇਂ ਟੈਕਸ ਰੈਵਨਿਊ ਵੀ ਆਟੋਮੈਟਿਕਲੀ ਵੱਧਦਾ ਹੈਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਵੇਲੇ 8% ਟੈਕਸ ਗਰੋਥ ਸੀ, ਉਹ ਕੋਈ ਸਾਡੀ ਅਸੀਂ ਨਵੇਂ ਟੈਕਸ ਲਾ ਕੇ ਨਹੀਂ ਵਧਾਈ, ਉਹ ਨੈਚੁਰਲ ਕੰਜ਼ੰਪਸ਼ਨ ਤੇ GDP ਗਰੋਥ ਦੇ ਨਾਲ ਜਿਹੜਾ ਟੈਕਸ ਰੈਵਨਿਊ ਹੈ ਆਟੋਮੈਟਿਕਲੀ ਕੁਝ ਇੰਕਰੀਜ਼ ਹੁੰਦਾ ਹੈ। ਕੁਝ ਇਨਫਲੇਸ਼ਨ ਦਾ ਇਫੈਕਟ ਆਉਂਦਾ ਹੈਗਾ, ਇਨਫਲੇਸ਼ਨ ਹੁੰਦੀ ਹੈ ਹਰ ਸਾਲ, ਉਹ ਵੀ ਉਹਦੇ ਨਾਲ ਭਾਅ ਵੱਧਦੇ ਨੇ, ਉਹਦੇ ਨਾਲ ਜਿਹੜੀ ਕਾਸਟ ਵਧਣ ਕਰਕੇ ਟੈਕਸ ਵੱਧਦਾ ਹੈਗਾ। ਪਰ ਹੈਰਾਨੀ ਦੀ ਗੱਲ ਹੈ ਵੀ ਇਹਨਾਂ ਦੀ ਪਿਛਲੇ 3 ਸਾਲਾਂ ਦੇ ਵਿੱਚ GST ਦੇ ਵਿੱਚ ਗਰੋਥ 0%, ਈਵਨ ਇਨਫਲੇਸ਼ਨ ਦਾ ਇਫੈਕਟ ਕੈਚ ਨਹੀਂ ਕਰ ਸਕੇ। ਉਹਦਾ ਨਤੀਜਾ ਹੈ ਵੀ ਟੈਕਸ ਕੰਪਲਾਇੰਸ ਠੀਕ ਨਹੀਂ ਹੈ, ਮਤਲਬ ਟੈਕਸ ਐਡਮਿਨਿਸਟ੍ਰੇਸ਼ਨ ਠੀਕ ਨਹੀਂ, ਵੀ ਜਿਹੜੇ ਅਫਸਰ ਜਾਂ ਜਿਹੜੀ ਇਹਨਾਂ ਦਾ ਸਾਰਾ ਟੈਕਸ ਐਡਮਿਨਿਸਟ੍ਰੇਸ਼ਨ ਹੈ ਉਹ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੀ, ਤੇ ਉਹ GST ਪ੍ਰੋਪਰ ਜਿਹੜਾ ਇਕੱਠਾ ਨਹੀਂ ਹੋ ਰਿਹਾ, ਜਾਂ ਉਹਦੇ ਕਿਤੇ ਪਲਿਫਰੇਜ ਹੈ ਜਾਂ ਚੋਰੀ ਹੈ, ਉਹ ਇਹ ਦੱਸ ਸਕਦੇ। ਦੂਜਾ, ਜਿਹਨੇ ਐਕਸਾਈਜ਼ ਦੀ ਗੱਲ ਕੀਤੀ ਹੈ ਇਹਨਾਂ ਨੇ, ਐਕਸਾਈਜ਼ ਅੱਜ ਪੰਜਾਬ ਦੇ ਵਿੱਚ ਇਹ ਹਾਲਾਤ ਨੇ। ਪਹਿਲਾਂ ਲੋਕ ਜਾਂਦੇ ਹੁੰਦੇ ਸੀ ਠੇਕੇ ਤੇ ਸ਼ਰਾਬ ਲੈਣ, ਹੁਣ ਫੋਨ ਕਰਕੇ ਤੁਸੀਂ 2 ਨੰਬਰ ਦੀ ਸ਼ਰਾਬ ਲੋਕਾਂ ਦੇ ਘਰਾਂ 'ਚ ਪਹੁੰਚ ਰਹੀ ਹੈ। ਟੈਕਸ ਦੀ ਜਿਹੜੀ ਚੋਰੀ ਹੋ ਰਹੀ ਹੈ ਉਹ ਕਿਹਦੀ ਹੋ ਰਹੀ ਹੈ? ਉਹ ਨੁਕਸਾਨ ਪੰਜਾਬ ਸਰਕਾਰ ਦਾ ਹੋ ਰਿਹਾ ਹੈ, ਪੰਜਾਬ ਦੇ ਲੋਕਾਂ ਦਾ ਹੋ ਰਿਹਾ, ਪੰਜਾਬ ਦੇ ਖਜ਼ਾਨੇ ਦਾ ਹੋ ਰਿਹਾ, ਤੇ ਉਹਨੂੰ ਕੋਈ ਰੋਕਣ ਵਾਸਤੇ ਕੋਈ ਕਦਮ ਨਹੀਂ ਚੱਕੇ ਜਾ ਰਹੇ। ਅੱਜ 2 ਨੰਬਰ ਦਾ ਕੰਮ ਪੰਜਾਬ ਦੇ ਵਿੱਚ ਖੁੱਲਾ ਹੋ ਰਿਹਾ, ਕੋਈ ਉਹਨੂੰ ਰੋਕਣ ਨੂੰ ਨਹੀਂ। ਇਸ ਤਰੀਕੇ ਨਾਲ ਟੈਕਸ ਕੰਪਲਾਇੰਸ ਵਧਾਉਣ ਦੀ ਲੋੜ ਹੈ, ਨਾ ਕਿ ਟੈਕਸ ਵਧਾਉਣ ਦੀ ਲੋੜ ਹੈ। ਹਾਂ, ਢੀਂਡਸਾ ਸਾਹਿਬ, ਜਿਵੇਂ ਡਾਕਟਰ ਜਗੀਰ ਸਿੰਘ ਨੇ ਕਿਹਾ, ਕਿ ਇਹ ਹੋ ਜਾਏਗਾ ਜਿਹੜਾ ਤੁਸੀਂ ਘਾਟਾ ਕਹਿ ਰਹੇ ਹੋ ਕਿ 44% ਦਾ, ਇਹ ਪੂਰਾ ਹੋ ਜਾਊਗਾ 4-5 ਮਹੀਨੇ ਕਹਿੰਦੇ ਨੇ ਸਾਡੇ ਕੋਲ ਹਲੇ ਪਏ ਨੇ। ਉਹ ਨਹੀਂ ਜੀ, that is the wrong ਇਹਨਾਂ ਕੋਲ ਇਨਫੋਰਮੇਸ਼ਨ। ਜਿਹੜੀ ਪਹਿਲੇ 6 ਮਹੀਨਿਆਂ ਦੀ ਫਿਗਰਸ ਮੈਂ ਗੱਲ ਕਰ ਰਿਹਾ,
ਉਹ 6 ਮਹੀਨਿਆਂ ਦੇ ਪਿਛਲੇ ਸਾਲ ਦੇ 6 ਮਹੀਨੇ ਨਾਲ ਸਾਲ ਦੀ ਟੈਕਸ ਕਲੈਕਸ਼ਨ ਨਹੀਂ ਮੈਂ ਕਹਿ ਰਿਹਾ ਜੀ। ਹੁਣ ਤੱਕ ਦੀ ਜਿਹੜੀ ਟੈਕਸ ਕਲੈਕਸ਼ਨ ਹੈਗੀ ਹੈ, ਜਿੰਨੀ ਹੁਣ ਤੱਕ ਹੋਣੀ ਚਾਹੀਦੀ ਸੀ ਅੱਜ ਦੀ ਡੇਟ ਤੱਕ, ਉਹਦੇ ਵਿੱਚ 44% ਸ਼ਾਰਟਫਾਲ ਹੈ। ਇਹ ਤਾਂ ਸ਼ਾਰਟਫਾਲ ਹੋਰ ਵਧੇਗਾ, ਤੁਸੀਂ ਦੇਖ ਲਿਓ 44 ਦਾ 45 ਹੋਏਗਾ, ਘਟੇਗਾ ਨਹੀਂ। ਇਹਨਾਂ ਨੂੰ ਇਹ ਬੇਸਿਕ ਚੀਜ਼ ਜਿਹੜੀ ਜਗੀਰ ਸਿੰਘ ਜੀ ਨੂੰ ਇਹੀ ਨਹੀਂ ਪਤਾ ਵੀ ਕਿ 44% ਕਿੱਥੋਂ ਤੱਕ ਦੀ ਸ਼ਾਰਟਫਾਲ ਹੈ। ਇਹ ਸਤੰਬਰ ਤੋਂ ਪਿਛਲੇ ਸਤੰਬਰ ਤੱਕ ਜੇ ਆਪਾਂ ਲਾਈਏ ਤਾਂ 44% ਐਕਚੁਅਲ ਜਿਹੜੀ ਹੋਣੀ ਚਾਹੀਦੀ ਸਤੰਬਰ ਤੱਕ, ਉਹਦੇ ਵਿੱਚੋਂ ਜਿਹੜੀ ਐਕਚੁਅਲ ਹੋਈ ਹੈ ਉਹਦੇ 44% ਸ਼ਾਰਟਫਾਲ ਹੈ। ਉਹੀ ਇਹ ਕੇਂਦਰ ਤੋਂ ਪੈਸਾ ਮੰਗ ਰਹੇ ਨੇ, ਉਹੀ ਪੈਸਾ ਮੰਗ ਰਹੇ ਨੇ। ਠੀਕ ਹੈ, ਮੈਂ ਵਾਪਸ ਆਣਾ। ਇੱਕ ਮਿੰਟ, ਤੁਸੀਂ ਕੁਝ ਕਹਿਣਾ ਚਾਹੁੰਦੇ ਟਾਈਗਰ ਸਾਹਿਬ? ਸਰ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਪੰਜਾਬ ਦੀ ਇਹ ਕਹਿ ਰਹੀ ਹੈ ਕਿ ਸੈਂਟਰ ਨੇ ਡਿਲੇ ਕੀਤਾ 2100 ਕਰੋੜ ਜਾਂ ਜੋ ਵੀ ਅਮਾਉਂਟ ਕੀਤਾ, ਠੀਕ ਹੈ। ਮੇਰੇ ਹਿਸਾਬ ਨਾਲ ਸੈਂਟਰ ਨੂੰ ਵੀ ਨਹੀਂ ਸੀ ਕਰਨਾ ਚਾਹੀਦਾ। ਪਰ ਜਗੀਰ ਸਿੰਘ ਇੱਕ ਪੁਆਇੰਟ ਸਰ ਇੱਕ ਹੋਰ ਹੈ, ਇੱਕ ਬੜਾ ਮਾੜਾ ਫਿਗਰ ਹੈ ਸਾਡੀ ਇਕਨੋਮੀ ਦਾ। ਜੁਲਾਈ, ਅਗਸਤ, ਸਪਟੈਂਬਰ ਦਾ ਜਿਹੜਾ ਕੁਆਟਰ ਦੀ ਸਾਡੀ GDP ਹੈ ਉਹ 4.5% ਤੇ ਆ ਗਈ ਹੈ। ਇਸ ਤੋਂ ਪਹਿਲਾਂ ਦੇ ਕੁਆਟਰ 'ਚ ਅਪ੍ਰੈਲ ਮਈ ਜੂਨ ਦੀ 5 ਸੀਗੀ, ਔਰ 1 ਸਾਲ ਪਹਿਲਾਂ ਦੇ ਕੁਆਟਰ ਦੀ ਗੱਲ ਕਰੀਏ ਤਾਂ 7% ਸੀਗੀ। ਮਤਲਬ ਸੈਂਟਰ ਦੇ ਕੋਲ ਵੀ ਤਾਂ ਰਿਸੋਰਸਸ ਘਟ ਰਹੇ ਨੇ। ਜੇ ਕੱਲ ਸਟੇਟ ਕਹੇਂਗੀ, ਇਹ ਵੀ ਹੋ ਸਕਦਾ ਕੱਲ 3-3 ਮਹੀਨੇ ਡਿਲੇ ਹੋਣਾ ਸ਼ੁਰੂ ਹੋ ਜਾਏ GST ਕੰਪਨਸੇਸ਼ਨ, ਉਹਨਾਂ ਦੀ ਜੇ ਰੈਵਨਿਊ ਕਰੋੜ ਘਟੇ, ਫਿਰ ਪੰਜਾਬ ਕਿੱਦਾਂ ਮੈਨੇਜ ਕਰੇਗੀ? ਪੰਜਾਬ ਮੈਨੇਜ ਕਿੱਦਾਂ ਕਰੇਗੀ ਰਿਸੋਰਸ? ਹਾਂਜੀ ਜਗੀਰ ਸਿੰਘ ਜੀ, ਦੋ ਚੀਜ਼ਾਂ ਨੇ। ਇੱਕ ਪ੍ਰਵਿੰਦਰ ਢੀਂਡਸਾ ਹੋਰਾਂ ਦਾ ਜਵਾਬ ਕਿ ਜਿਹੜੀ ਤੁਸੀਂ ਘਾਟੇ ਦੀ ਗੱਲ ਕਰ ਰਹੇ ਹੋ 44%, ਇਹ ਉਹ ਵਾਲਾ ਘਾਟਾ ਨਹੀਂ ਹੈ ਜਿਹੜਾ ਤੁਸੀਂ 4 ਮਹੀਨਿਆਂ 'ਚ ਕਵਰ ਕਰ ਲਓਗੇ। ਹਾਂਜੀ, ਤੇ ਦੂਜੀ ਗੱਲ ਇਹਨਾਂ ਨੇ ਕਹੀ ਹੈ ਕਿ ਜੇ GDP ਸੈਂਟਰ ਦਾ ਘਟਿਆ ਤਾਂ ਡਿਲੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋਰ ਵੀ ਜ਼ਿਆਦਾ ਹੋਵੇ, ਫਿਰ ਕਿੱਦਾਂ ਅਸੀਂ ਸਰਵਾਈਵ ਕਰਾਂਗੇ? ਜੀ ਜਗੀਰ ਸਿੰਘ। ਹਰਪ੍ਰੀਤ ਜੀ ਪਿਛਲੇ 10 ਸਾਲਾਂ ਦੇ ਵਿੱਚ ਕਾਲੀ ਸਰਕਾਰ ਦੌਰਾਨ 2.13 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਹੋਇਆ ਹੈ, ਜਿੰਦੇ ਵਿੱਚ 4781.31 ਕਰੋੜ ਰੁਪਏ ਸਾਲਾਨਾ ਸਟੇਟ ਆਪਣੀ ਨੂੰ ਵਿਆਜ ਦੇ ਰੂਪ ਦੇ ਵਿੱਚ ਦੇਣਾ ਪੈ ਰਿਹਾ ਹੈ। ਜੇਕਰ 10 ਸਾਲ ਇਲੈਕਸ਼ਨ ਮੋਡ ਚੋਂ ਨਿਕਲ ਚੁੱਕੇ ਆ ਜਗੀਰ ਸਿੰਘ ਜੀ, 3 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਚਲਾਉਂਦੀ ਰਹੀ ਹੈ, ਟੈਕਸ ਸਹੀ ਕਰਾਉਂਦੀ ਰਹੀ ਹੈ, ਤੇ ਪੰਜਾਬ ਨਹੀਂ। ਦੇਖੋ ਹਰਪ੍ਰੀਤ ਜੀ, ਫਿਰ ਇੰਨਾ ਪੰਜਾਬ ਕਰਜ਼ਾਈ ਕਿਵੇਂ ਹੋ ਗਿਆ? ਮੈਂ ਇਹਨਾਂ ਤੋਂ ਇਹ ਪੁੱਛਣਾ ਚਾਹਣਾ, ਅੰਕੜਿਆਂ ਦੇ ਹੇਰ ਫੇਰ ਦੇ ਨਾਲ ਸੱਚਾਈ ਨੂੰ ਛੁਪਾਇਆ ਨਹੀਂ ਜਾ ਸਕਦਾ। ਇਹੀ ਤਾਂ ਉਹ ਵੀ ਕਹਿ ਰਹੇ ਨੇ। ਪੰਜਾਬ ਦੇ ਯੂਥ ਦੀ ਗੱਲ ਹੋਵੇ। ਅੱਛਾ ਚਲੋ, ਮੈਂ ਜਗੀਰ ਸਿੰਘ ਜੀ, ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਓ। ਇੱਕ ਸਵਾਲ ਦਾ ਜਵਾਬ ਦੇ ਦਿਓ ਜਗੀਰ ਸਿੰਘ ਜੀ, ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਓ। ਪਿਛਲੇ 10 ਸਾਲਾਂ ਦੇ ਵਿੱਚ ਜੋ ਕੁਝ ਵੀ ਹੋਇਆ, ਜੋ ਇਹ ਕਰਕੇ ਨੁਕਸਾਨ ਘਾਟਾ ਪਾ ਕੇ ਪੰਜਾਬ ਨੂੰ, ਮੈਂ ਜਵਾਬ ਤਾਂ ਦੇ ਦਿਓ, ਜਵਾਬ ਦੇ ਦਿਓ ਕਿ ਜਦੋਂ ਨਵੀਂ ਸਰਕਾਰ ਤੁਹਾਡੀ ਬਣਨੀ ਸੀ, ਕੀ ਨਵੀਂ ਸਰਕਾਰ ਜਦੋਂ ਬਣਨੀ ਸੀ ਤਾਂ ਤੁਹਾਨੂੰ ਪਤਾ ਨਹੀਂ ਸੀ ਵੀ ਆਹ ਘਾਟਾ ਹੈਗਾ ਪੰਜਾਬ ਦਾ? ਕੀ ਪੰਜਾਬ ਦੀ ਜਨਤਾ ਨਾਲ ਹੋਰ ਵਾਅਦੇ ਕਰਨੇ ਜ਼ਰੂਰੀ ਸੀ? ਪਹਿਲਾ ਸਵਾਲ। ਔਰ ਪਿਛਲੇ 3 ਸਾਲ ਤੋਂ ਹੁਣ ਤੁਹਾਡੀ ਸਰਕਾਰ ਹੈਗੀ ਹੈ, ਇਹਨਾਂ 3 ਸਾਲਾਂ ਦੇ ਵਿੱਚ ਤੁਸੀਂ ਪੰਜਾਬ ਨੂੰ ਕਿੱਥੇ ਲੈ ਕੇ ਗਏ ਹੋ? ਅੱਜ 44% ਘੱਟ ਰੈਵਨਿਊ ਜਨਰੇਟ ਹੋ ਰਿਹਾ ਹੈ, ਤੁਸੀਂ GST ਰਿਕਵਰੀ ਦੀ ਗੱਲ ਕਰਦੇ ਹੋ, ਇਹਦਾ ਜਵਾਬ ਕੋਈ ਹੈਗਾ? ਇਹਦਾ ਪਿਛਲੇ 10 ਸਾਲਾਂ ਨਾਲ ਕੀ ਲੈਣਾ ਦੇਣਾ ਕਿ ਤੁਸੀਂ ਟੈਕਸ ਜਿਹੜਾ ਘੱਟ ਕਲੈਕਟ ਕੀਤਾ? ਹਰਪ੍ਰੀਤ ਜੀ, ਮੈਂ ਢੀਂਡਸਾ ਸਾਹਿਬ ਨੂੰ ਪੁੱਛਣਾ ਚਾਹਣਾ, ਇਹ ਕਹਿੰਦੇ ਟੈਕਸ ਚੋਰੀ ਹੋ ਰਿਹਾ, ਟੈਕਸ ਚੋਰੀ ਵਪਾਰੀ ਕਰ ਰਹੇ ਕਿ ਚੋਰ ਕਿਹਨਾਂ ਨੂੰ ਕਰ ਰਹੇ ਨੇ? ਤੁਹਾਡੇ ਅਫਸਰਾਂ ਨੂੰ ਕਹਿ ਰਹੇ ਨੇ ਕਿ ਤੁਹਾਡੇ ਅਫਸਰ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੇ। ਤੁਸੀਂ ਸੁਣਿਆ ਨਹੀਂ ਸ਼ਾਇਦ, ਉਹ ਕਹਿੰਦੇ ਨੇ ਅਫਸਰ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੇ, ਅਫਸਰ ਨਹੀਂ ਰਿਕਵਰੀ ਕਰਾ ਪਾ ਰਹੇ। ਵਪਾਰੀਆਂ ਨੂੰ ਨਹੀਂ ਕਿਹਾ ਕਿਸੇ ਨੇ ਚੋਰ। ਇਹ ਸਾਰੀਆਂ ਹਾਸੋਹੀਣੀਆਂ ਗੱਲਾਂ ਜੀ। 4100 ਕਰੋੜ ਰੁਪਏ GST ਦਾ ਜਿਹੜਾ ਆਪਣਾ ਖੜਾ ਹੋਇਆ ਹੈ, ਉਹਨੂੰ 2100 ਕਰੋੜ ਰੁਪਏ ਕਹਿ ਰਹੇ ਨੇ। 2000 ਕਰੋੜ ਰੁਪਏ ਦਾ ਯਾਨੀ ਕਿ ਇੱਥੇ ਹੀ ਅੰਕੜਾ ਕੱਟ ਦੇ ਰਹੇ ਨੇ। ਇਹ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਮੇਰੀ ਪਾਰਟੀ ਸੁਣਿਓ, ਇਹ 2000 ਕਰੋੜ ਰੁਪਏ ਜਿਹੜਾ ਇਹ ਵਧਾ ਰਹੇ ਨੇ, ਉਹ ਕੇਂਦਰ ਸਰਕਾਰ ਨੇ ਇਹ ਆਪਦੇ ਫਿਗਰ ਬਣਾ ਕੇ ਦਿੱਤਾ। ਕੇਂਦਰ ਨੇ ਐਕਸੈਪਟ ਨਹੀਂ ਕੀਤਾ ਵੀ ਉਹ 2000 ਕਰੋੜ ਹੋਰ ਦੇਣਾ, ਉਹਨਾਂ ਦੇ ਅਕਾਊਂਟ ਸਿਰਫ 2100 ਕਰੋੜ ਦੇਣਾ ਰਹਿੰਦਾ। ਇਹ ਜਿੰਨਾ ਮਰਜ਼ੀ ਕਹੀ ਜਾਣੇ ਤਾਂ ਕਹਿ ਦੇਣਗੇ ਵੀ ਅਸੀਂ ਲੱਖ ਕਰੋੜ ਲੈਣਾਗਾ, ਉਹਦਾ ਮਤਲਬ ਕੇਂਦਰ ਲੱਖ ਕਰੋੜ ਦੇਗੀ। ਨਹੀਂ, ਉਹ ਠੀਕ ਹੈ, ਉਹ ਪੰਜਾਬ ਨੂੰ 2100 ਕਰੋੜ ਰੁਪਇਆ ਉਹਨਾਂ ਦੇ ਮੁਤਾਬਕ ਦੇਣਾ ਰਹਿੰਦਾ ਹੈ। ਉਹ ਦੇ ਦੇਣਗੇ ਪੰਜਾਬ ਦਾ ਜੀ, ਪੰਜਾਬ ਦੀ। ਚਲੋ ਮੈਂ ਸਾਰੀ ਗੱਲਾਂ ਡਾਕਟਰ ਜਗੀਰ ਸਿੰਘ ਜੀ, ਮੇਰਾ ਸਵਾਲ ਨਾ ਉੱਥੇ ਹੀ ਖੜਾ ਹੈ, ਜਿਹੜਾ ਮੈਂ ਚਾਹ ਰਿਹਾ ਵਾਰ-ਵਾਰ ਕਿ ਤੁਹਾਡੇ ਤੋਂ ਜਵਾਬ ਮਿਲੇ, ਪਰ ਉਹ ਜਵਾਬ ਨਹੀਂ ਮਿਲ ਪਾ ਰਿਹਾ। ਮੈਂ ਜਗੀਰ ਸਿੰਘ ਜੀ ਇਹ ਪੁੱਛ ਰਿਹਾ, ਤੁਸੀਂ ਅੰਕੜੇ ਦੀ ਹੇਰ-ਫੇਰ ਦੀ ਗੱਲ ਕਰਦੇ ਹੋ, ਮੇਰਾ ਇੱਕ ਬੜਾ ਸਿੰਪਲ ਤੇ ਸਪਸ਼ਟ ਜਵਾਬ ਹੈਗਾ, ਤੁਸੀਂ ਉਹਦਾ ਜਵਾਬ ਦੇ ਦਿਓ ਕਿ ਅਸੀਂ ਟੈਕਸ ਇਕੱਠਾ ਕਰਨਾ ਸੀ, 100 ਰੁਪਏ ਇਕੱਠੇ ਕਰਨੇ ਸੀਗੇ, ਉਹ 100 ਰੁਪਏ ਦੇ ਵਿੱਚੋਂ ਅਸੀਂ 56 ਰੁਪਏ ਇਕੱਠੇ ਕਰ ਪਾਏ। ਹੁਣ ਜਿਹੜੇ 44 ਰੁਪਏ ਅਸੀਂ ਇਕੱਠੇ ਨਹੀਂ ਕਰ ਪਾਏ, ਉਹਦੇ ਵਿੱਚ ਪਿਛਲੇ 10 ਸਾਲਾਂ ਦਾ
ਕੇਂਦਰ ਸਰਕਾਰ ਦਾ, ਅਫਸਰਾਂ ਦਾ, ਇਹਦੇ ਵਿੱਚ ਕਿਹਦਾ ਵੱਡਾ ਰੋਲ ਤੁਹਾਨੂੰ ਲੱਗਦਾ ਕਿ 44 ਰੁਪਏ ਅਸੀਂ ਕਿਉਂ ਨਹੀਂ ਇਕੱਠੇ ਕਰ ਪਾਏ? ਨਹੀਂ ਦੇਖੋ ਜੀ, ਟੈਕਸ ਪੰਜਾਬ ਦਾ ਇਕੱਠਾ ਹੋ ਰਿਹਾ ਹੈ। ਪੰਜਾਬ ਦੀ ਜਿਹੜੀ 20 ਤੋਂ ਗੱਡੀ ਲੱਥੀ ਸੀ, ਅਗਰ ਟੈਕਸ ਇਕੱਠੇ ਹੁੰਦੇ ਨੇ, 71 ਹੋ ਰਹੇ ਨੇ, ਪੰਜਾਬ ਦੇ ਅੰਦਰ ਤਾਂ ਹੀ ਵਿਕਾਸ ਹੋ ਰਿਹਾ ਹੈ। ਇਹ ਤਾਂ ਗੱਲ compensation 20% ਲੱਗਦੀ, ਫਿਰ ਵੀ ਡੈਫਿਸਿਟ ਹੋਰ ਵੱਧ ਜਾਂਦਾ। ਅਗਰ ਥੋੜੀ ਜੀ ਕੋਈ ਆਪਣਾ ਬਜਟ ਦਾ ਹੋਇਆ ਹੈ, ਇਸੇ ਕਰਕੇ ਵੀ ਜੇਕਰ ਆਪਣਾ 2100 ਕਰੋੜ ਰੁਪਇਆ ਮੰਨ ਲਓ, 2100 ਕਰੋੜ ਰੁਪਇਆ ਮੰਨ ਲਓ, ਜੇ 2100 ਕਰੋੜ ਰੁਪਇਆ ਅੱਜ ਪੰਜਾਬ ਨੂੰ ਦੇ ਦੇਣ, ਹੈ ਤਾਂ 4100 ਕਰੋੜ ਰੁਪਇਆ ਜੀ। ਚਲੋ ਅੱਛਾ ਚਲੋ ਆਪਾਂ ਠੀਕ ਹੈ। ਜਗੀਰ ਸਿੰਘ ਜੀ ਸਾਡੇ ਕੋਲ ਬੀਜੇਪੀ ਦੇ ਬੁਲਾਰੇ ਵੀ ਨੇ, ਆਪਾਂ ਇਹਨਾਂ ਨੂੰ ਰਿਕੁਐਸਟ ਕਰ ਲੈਂਦੇ ਆ ਕਿ 2100 ਕਰੋੜ ਰੁਪਈਆ ਦਵਾ ਦਿੰਦੇ ਨੇ। ਅੱਛਾ ਚਲੋ ਮੈਨੂੰ ਦੱਸੋ, 2100 ਕਰੋੜ ਆ ਜਾਏਗਾ, ਪੰਜਾਬ ਦੇ ਫਾਈਨੈਂਸ਼ੀਅਲ ਹਾਲਾਤ ਠੀਕ ਹੋ ਜਾਣਗੇ? ਪੰਜਾਬ ਬਿਲਕੁਲ ਠੀਕ ਹੋ ਜਾਏਗਾ, ਖਜ਼ਾਨਾ ਭਰ ਜਾਏਗਾ, ਫਿਰ ਤਾਂ ਨਹੀਂ ਕਹੋਗੇ ਖਾਲੀ ਹੈ ਖਜ਼ਾਨਾ? देखो जी, बहुत ज्यादा फर्क पड़ेगा कि सर 40 सर खजाना भरन की गल नहीं, 2100 करोड़ रुपया नहीं 4100 करोड़ रुपया जी ਇਹ ਜਾਰੀ ਕਰਾਉਣ। ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਪੰਜਾਬ ਦੇ ਪਿਛਲੀ ਸਰਕਾਰ ਨੇ ਹਾਲਾਤ ਹੀ ਇੰਨੇ ਵਾਧੂ ਪੱਤਰ ਕਰਦੇ ਸੀ ਤੇ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਦੀ ਬਾਹ ਫੜਨੀ ਚਾਹੀਦੀ ਹੈ ਜੀ। ਹੁਣ ਹੜ ਭਾਵੇਂ ਹੜ ਆਏ ਹੋਣ, ਆਪਾਂ ਜਵਾਬ ਲੈ ਲੈਣਾ। ਕਾਂ ਸਾਹਿਬ ਤੁਸੀਂ ਤਾਂ ਉਹਨਾਂ ਨੂੰ ਇੱਕ ਬਹਾਨਾ ਦੇਤਾ ਚੰਗਾ ਖਾਸਾ ਕਿ ਤੁਸੀਂ ਇਹਨਾਂ ਨੂੰ ਪੈਸੇ ਨਹੀਂ ਦਿੱਤੇ, ਇਸ ਕਰਕੇ ਇਹ ਸਭ ਤੋਂ ਵੱਡਾ ਬਹਾਨਾ ਹੈਗਾ ਕਿ ਕੇਂਦਰ ਜੇ ਸਾਨੂੰ ਪੈਸੇ ਦੇ ਦਿੰਦੀ ਤਾਂ ਅਸੀਂ ਬੱਲੇ ਬੱਲੇ ਕਰਾ ਦਿੰਦੇ, ਔਰ ਪੈਸਾ ਵੀ ਉਹ ਵਾਲਾ ਜਿਹੜਾ ਸਾਡਾ ਹੀ ਹੈ, ਅਸੀਂ ਕਿ ਤੁਹਾਡੇ ਤੋਂ ਲੋਨ ਨਹੀਂ ਮੰਗ ਰਹੇ, ਇਹ ਸਾਡਾ ਹੀ ਪੈਸਾ ਜਿਹੜਾ ਤੁਸੀਂ ਵਾਪਸ ਨਹੀਂ ਦੇ ਰਹੇ। ਇਹਨੇ ਮੈਂ ਇੱਕ ਇੱਕ ਕਰਕੇ ਇਹਨਾਂ ਦੀ ਸਾਰੀਆਂ ਗੱਲਾਂ ਦਾ ਜਵਾਬ ਦੇਣਾ। ਦੇਖੋ ਪਹਿਲੀ ਗੱਲ ਜਿਹੜੀ ਇਹਨਾਂ ਨੇ ਕੀ ਨਾ 2.5 ਲੱਖ ਕਰੋੜ ਦਾ ਕਰਜ਼ਾ, ਦੇਖੋ ਉਹ ਹਰਪ੍ਰੀਤ ਜੀ ਡਾਕਟਰ ਸਾਹਿਬ ਨੂੰ ਵੀ ਸੁਣ ਰਹੇ ਹੋਣਗੇ, ਉਹ ਪੰਜਾਬ ਕੋਈ ਪਿਛਲੀ ਸਰਕਾਰ ਨਹੀਂ ਦੇਗੀ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਉਹ ਕਾਲੇ ਦੌਰ ਦੇ ਟਾਈਮ ਤੋਂ ਪੰਜਾਬ ਤੇ ਕਰਜ਼ਾ, ਇੱਕ ਤੇ ਉਹ ਗੱਲ। ਦੂਜੀ ਗੱਲ ਡਾਕਟਰ ਸਾਹਿਬ ਇਹ ਦੱਸੋ, ਜਿੱਦਣ ਤੁਸੀਂ ਮੈਨੀਫੈਸਟੋ ਬਣਾਇਆ ਸੀ ਘਰ ਘਰ ਨੌਕਰੀ, ਸਾਰਾ ਕਰਜ਼ਾ ਕੁਰਕੀ ਖਤਮ, ਕਿਸਾਨਾਂ ਦਾ ਕਰਜ਼ਾ ਮਾਫ, ਸੈੱਲ ਫੋਨ ਤੇ ਹੋਰ ਸਾਰਾ, ਉਹ ਕਿਸ ਆਧਾਰ ਤੇ ਮੈਨੀਫੈਸਟੋ ਬਣਾਇਆ ਸੀ, ਉਹ ਗੱਲ। ਤੀਸਰੀ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਡਿਵੈਲਪਮੈਂਟ ਹੋ ਨਹੀਂ ਰਹੀ। ਸਪੋਰਟਸ ਜਿਹੜਾ ਇਨਫਰਾਸਟ੍ਰਕਚਰ ਸੀ ਨੰਬਰ 1 ਸੀ ਸਾਡੀ ਸਰਕਾਰ ਦੇ ਟਾਈਮ। ਸ਼ਹਿਰਾਂ ਦੀ ਸਥਿਤੀ ਅੰਮ੍ਰਿਤਸਰ ਲੁਧਿਆਣਾ ਵੇਖ ਲਓ, ਜਲੰਧਰ ਵੇਖ ਲਓ, ਨੰਬਰ 1 ਸੀ। ਇੱਕ ਮਿੰਟ ਪੂਰੀ ਗੱਲ ਹੋਣ ਦਿਓ, ਹੁਣ ਮੇਰੀ ਗੱਲ ਪੂਰੀ ਹੋਣ ਦਿਓ ਡਾਕਟਰ ਸਾਹਿਬ। ਕਰੋੜ ਰੁਪਏ ਦਾ ਪੰਜਾਬ, ਮੈਨੂੰ ਲੱਗਦਾ ਜਦੋਂ ਇੰਨੀ ਗੰਭੀਰ ਚਰਚਾ ਹੋ ਰਹੀ ਹੈ, ਸਾਨੂੰ ਬਲੇਮ ਗੇਮ ਦੀ ਬਜਾਏ ਹਰਪ੍ਰੀਤ ਜੀ ਦੇਖੋ ਸਾਡੀ ਸਟਰੈਂਥ ਕੀ ਸੀ। ਸਪੋਰਟਸ ਇੰਡਸਟਰੀ ਸਾਡੀ ਜਲੰਧਰ ਵਾਲੀ, ਮੇਰੀ ਗੱਲ ਸੁਣੋ ਡਾਕਟਰ ਸਾਹਿਬ, ਜਵਾਬ ਵੀ ਲੈ ਲਓ ਤੁਸੀਂ, ਤਾਂ ਕੋਈ ਜਵਾਬ ਦਿੰਦੇ ਨਹੀਂ। ਮੈਂ ਤੁਹਾਨੂੰ ਸੁਜੈਸਟ ਕਰ ਦਿੰਨਾ ਸਾਡੀ ਤਾਕਤ ਕੀ ਸੀ ਪੰਜਾਬ ਦੀ। ਸਪੋਰਟਸ ਇੰਡਸਟਰੀ ਜਲੰਧਰ ਦੀ, ਮੰਡੀ ਗੋਬਿੰਦਗੜ੍ਹ ਵਾਲੀ ਆਇਰਨ ਇੰਡਸਟਰੀ, ਵੂਲ ਇੰਡਸਟਰੀ ਲੁਧਿਆਣੇ ਦੀ, ਐਗਰੋ ਬੇਸ ਇੰਡਸਟਰੀ, ਇਹ ਸਾਰੀਆਂ ਸਾਡੀਆਂ ਤਾਕਤ ਸੀ। ਪਲੀਜ਼ ਡਾਕਟਰ ਸਾਹਿਬ ਸੁਣ ਲਓ, ਇੱਕ ਮਿੰਟ ਡਾਕਟਰ ਸਾਹਿਬ ਆ ਜਾਣਾ, ਮੈਂ ਤੁਹਾਡੇ ਤੋਂ ਰਿਪਲਾਈ ਲੈ ਲਾਂਗਾ, ਪਹਿਲਾਂ ਗੱਲ ਕਰ ਲੈਣ। ਜਿਹੜੀਆਂ ਸਾਡੀਆਂ ਤਾਕਤ ਸੀ ਉਹਦੇ ਤੇ ਮੌਜੂਦਾ ਸਰਕਾਰ ਕੀ ਕਰੀ। ਮੈਂ ਇਹ ਨਹੀਂ ਕਹਿ ਰਿਹਾ ਵੀ ਪੰਜਾਬ ਬਹੁਤ ਇੱਕਦਮ ਬਦਲ ਜੂਗਾ, ਮੈਂ ਤੇ ਬੜੇ ਜ਼ਿੰਮੇਵਾਰੀ ਨਾਲ ਆਰੋਪ ਲਾ ਰਿਹਾ ਵੀ ਪਿਛਲੇ 3 ਸਾਲ ਤੋਂ ਤੁਸੀਂ ਕਹੇ ਗਏ ਵੀ ਅਕਾਲੀ ਭਾਜਪਾ ਸਰਕਾਰ ਨੇ ਕੁਝ ਨਹੀਂ ਕੀਤਾ, ਇਸ ਕਰਕੇ ਖਜ਼ਾਨਾ ਖਾਲੀ, ਪਤਾ ਨਹੀਂ ਕਿਹੜਾ ਟਰੰਕ ਖਾਲੀ ਸੀ। ਹੁਣ ਤੁਸੀਂ ਸੈਂਟਰ ਵੱਲ ਆ ਗਏ, ਤੁਸੀਂ ਆਪ ਕਿਤੇ ਨਾ ਕਿਤੇ ਆਪਣੀ ਪੀੜੀ ਥੱਲੇ ਸੋਟਾ ਮਾਰੋ। ਸਰਕਾਰ ਉਦਾਸੀਨ ਹੈ, ਸਰਕਾਰ ਟੈਕਸ ਕਲੈਕਸ਼ਨ ਪ੍ਰੋਪਰ ਨਹੀਂ ਕਰ ਪਾ ਰਹੀ, ਸਰਕਾਰ ਗਵਰਨੈਂਸ ਵਾਲੇ ਪਾਸੇ ਧਿਆਨ ਨਹੀਂ ਦੇ ਰਹੀ, ਸਰਕਾਰ ਜਿਹੜੇ ਚੋਰ ਦਰਵਾਜ਼ੇ ਆ ਉੱਥੇ ਚੈੱਕ ਨਹੀਂ ਕਰ ਪਾ ਰਹੀ, ਸਰਕਾਰ ਟਰਾਂਸਪੋਰਟ ਤੋਂ, ਮਾਈਨਿੰਗ ਤੋਂ, ਐਕਸਾਈਜ਼ ਦੀ ਗੱਲ ਕੀਤੀ ਚੰਡੋਕ ਸਾਹਿਬ ਨੇ, ਬਹੁਤ ਸਾਰੀਆਂ ਗੱਲਾਂ, ਇਹ ਤੇ ਧਿਆਨ ਦੇਵੇ। ਦੇਖੋ ਮੈਂ ਉਦਾਸੀਨਤਾ ਦੀ ਗੱਲ ਕੀਤੀ, ਬਠਿੰਡੇ ਏਮਸ ਆਇਆ, ਉਹਨੂੰ ਕਿੰਨਾ ਲਟਕਾਇਆ। ਅੱਜ ਸੈਂਟਰ ਨੇ ਕਹਿਤਾ ਵੀ ਕਪੂਰਥਲੇ ਮੈਡੀਕਲ ਕਾਲਜ ਵੀ ਦੇਣਾ ਹੈ। ਐਗਰੋ ਫੂਡ ਪ੍ਰੋਸੈਸ ਪਲਾਂਟ ਏਡਾ ਵੱਡਾ ਜਿਹੜਾ ਨਾਰਥ ਇੰਡੀਆ ਸਭ ਤੋਂ ਵੱਡਾ, ਔਰ ਤੇ ਵੀ ਅੜਚਨਾ ਪੰਜਾਬ ਸਰਕਾਰ ਪਾ ਰਹੀ ਹੈ। ਸੈਂਟਰ ਵੱਲੋਂ ਕੋਈ ਕਿਤੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ, ਪ੍ਰੋਬਲਮ ਤੁਹਾਡੀ ਆ। ਸੀਐਮ ਸਾਹਿਬ ਨੂੰ ਬੇਨਤੀ ਕਰੋ ਸਟੇਟ 'ਚ ਰਹਿਣ, ਸਰਕਾਰ ਵੱਲ ਧਿਆਨ ਦੇਣ, ਮੋਦੀ ਸਾਹਿਬ ਵਾਂਗੂ ਦਿਨ ਰਾਤ ਕੰਮ ਕਰਨ, ਨਿਤਿਸ਼ ਕੁਮਾਰ ਵਾਂਗੂ ਕੰਮ ਕਰਨ, ਇਸ ਕਰਕੇ ਤਾਂ ਕਿ ਪੰਜਾਬ ਨੂੰ ਚੰਗੇ ਰਸਤੇ ਪਾਇਆ ਜਾਵੇ। ਪੰਜਾਬ ਦਾ 70,000 ਕਰੋੜ ਜਿਹੜਾ ਬਾਹਰਲੇ ਟਿਊਸ਼ਨ ਫੀਸਾਂ 'ਚ ਗਿਆ, ਉਹਨੂੰ ਕਿਤਨਾ ਰੋਕਿਆ ਜਾਵੇ। ਪੰਜਾਬ ਸਰਕਾਰ ਉਹਦੇ ਵੱਲ ਧਿਆਨ ਦੇਵੇ। ਇੱਕ ਪੁਆਇੰਟ ਹੈਗਾ, ਮੈਂ ਕਿਸੇ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਨਹੀਂ ਕਰਦਾ, ਮੈਂ ਗੱਲ ਕਰ ਰਿਹਾ ਇੱਕ ਪਾਰਟੀ ਜਿਹੜੀ ਪ੍ਰੈਜ਼ੈਂਟਲੀ ਵਿਚ ਇਜ਼ ਐਟ ਦੀ ਹੈਲਮ ਆਫ ਅਫੇਅਰਸ ਕਾਂਗਰਸ, ਉਹ ਕਹਿੰਦੀ ਕਿ ਆਪੋਜੀਸ਼ਨ ਸਾਨੂੰ ਟੈਕਸ ਨਹੀਂ ਵਧਾਉਣ ਦਿੰਦੀ। ਸੌਰੀ ਟੂ ਸੇ ਸਰ, ਇਕਨੋਮਿਕਸ ਇਹਦਾ ਨਹੀਂ ਵਰਕ ਕਰਦੀ ਜਿੰਨਾ ਮੈਂ ਸਮਝਦਾ। ਸੈਂਟਰ ਨੇ ਹੁਣ ਪਿੱਛੇ ਟੈਕਸਸ ਘਟਾਏ ਨੇ ਇੰਡਸਟਰੀ ਦੇ, 30%, 35%, 25%, 22% ਲਿਆਏ ਨੇ।
ਸਰ ਟੈਕਸ ਵਧਾਉਣ ਨਾਲ ਨਹੀਂ ਟੈਕਸ ਆਂਦਾ, ਟੈਕਸ ਇੰਪਲੀਮੈਂਟ ਤੁਸੀਂ ਉਲਟਾ ਟੈਕਸ ਘਟਾਓਗੇ। ਪੰਜਾਬ ਚੰਡੀਗੜ੍ਹ ਚ ਲਿਕਰ ਦਾ ਡਿਫਰੈਂਸ ਘੱਟ ਹੋਏਗਾ, ਪੈਟਰੋਲ ਦਾ ਘੱਟ ਹੋਏਗਾ, ਚੋਰੀ ਆਪਣੇ ਆਪ ਘਟ ਜਾਏਗੀ। ਜਿਹੜੇ ਢੀਂਡਸਾ ਸਰ ਨੇ ਗੱਲ ਕਹੀ ਕਿ ਇੱਕ ਬਲੈਕ ਇਕਨੋਮੀ ਪੈਰਲਲ ਇਕਨੋਮੀ ਚੱਲ ਰਹੀ ਹੈ, ਉਹਨੂੰ ਰਿਡਿਊਸ ਕਿਦਾਂ ਕਰੋਗੇ? ਖਤਮ ਨਹੀਂ ਹੋ ਸਕਦੀ ਮੰਦਾ। ਤੁਸੀਂ ਟੈਕਸ ਤੇ ਇੰਨਾ ਆਰਬਿਟਰਾਜ ਰੱਖੋਗੇ ਤਾਂ ਕਿਦਾਂ ਹੋ ਸਕਦੀ? ਟੈਕਸ ਘਟਾ ਕੇ ਤੁਸੀਂ ਇੰਪਲੀਮੈਂਟੇਸ਼ਨ ਵਧਾਓਗੇ, ਤੁਹਾਡੇ ਵਜ੍ਹਾ। ਇਹ ਮੈਂ ਤਾਂ ਨਹੀਂ ਕਹਿ ਰਿਹਾ ਸਰ, ਚਨਕਿਆ ਨੇ 2000 ਸਾਲ ਪੁਰਾਣੀ ਗੱਲ ਕੀਤੀ ਸੀ ਔਰ ਸੈਂਟਰ ਵੀ ਕਰਦੀ ਪਈ ਹੈ ਸਟੇਟ। ਹੁਣ ਤੁਸੀਂ ਦੇਖੋ ਇਨਕਮ ਟੈਕਸ ਸਲੈਬ ਘਟਾਉਣ ਦੀ ਗੱਲ ਹੋ ਰਹੀ ਹੈ, ਆਪਣੀ ਪੰਜਾਬ ਸਰਕਾਰ ਸਰ ਪ੍ਰੋਫੈਸ਼ਨਲਸ ਦੇ ਉੱਤੇ 200 ਰੁਪਏ ਟੈਕਸ ਲਗਾ ਰਹੀ ਸੀ। ਮੇਰੇ ਹਿਸਾਬ ਨਾਲ ਮੈਂ ਤਾਂ ਤਦ ਵੀ ਤੁਹਾਡੇ ਬਜਟ ਸਪੀਚ ਕਹਿ ਸੀ ਕਿ ਮਤਲਬ ਮੈਨੂੰ ਤਾਂ ਇਹ ਚੀਜ਼ ਨਹੀਂ ਲੱਗਦੀ ਪ੍ਰਪੋਜ਼ਲ ਚੰਗੀ। ਕਿੰਨਾ ਪੈਸਾ ਇਕੱਠਾ ਹੋ ਜਾਏਗਾ ਤੇਰਾ? ਔਰ ਜੇ ਪ੍ਰੋਫੈਸ਼ਨਲ ਟੈਕਸ ਲਾਇਆ ਸੀ ਤੇ ਅੱਜ ਲੋਕੀ ਸਵਾਲ ਪੁੱਛਦੇ ਨੇ ਜਿਹੜਾ ਹਵਾਲਾ ਦੇ ਕੇ ਲਾਇਆ ਗਿਆ ਸੀਗਾ ਉਹ ਪੈਸਾ ਕਿੱਥੇ ਹੈ? ਜੇ ਹਲੇ ਵੀ ਅਸੀਂ ਕਹਿ ਰਹੇ ਹਾਂ ਸਾਡਾ ਖਜ਼ਾਨਾ ਖਾਲੀ ਹੈ, 44% ਅਸੀਂ ਘਾਟੇ ਵੱਲ ਜਾ ਰਹੇ ਹਾਂ ਔਰ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਨੇ, ਤਾਂ ਫਿਰ ਜਿਹੜਾ ਸਾਡੇ ਤੋਂ ਪੈਸਾ ਲਿਆ ਸੀ ਉਹ ਕਿੱਥੇ ਹੈ? ਵਾਰ-ਵਾਰ ਸਵਾਲ ਜ਼ਰੂਰ ਪੁੱਛੇ ਤਾਂ। ਅੰਮ੍ਰਿਤ ਤੁਸੀਂ ਕੁਝ ਐਡ ਕਰ ਰਹੇ ਸੀ। ਨਹੀਂ ਸਰ, ਮੈਂ ਨਾ ਆਪਣੀ ਗੱਲ 3 ਸਟੈਪ ਦੇ ਵਿੱਚ ਕੰਪਲੀਟ ਕਰੂੰਗਾ। ਪਹਿਲੇ ਸਟੈਪ 'ਚ ਤਾਂ ਮੇਰੇ ਸਵਾਲ ਨੇ ਕੁਝ, ਉਹ ਸੈਂਟਰ ਗਵਰਨਮੈਂਟ ਨੂੰ ਵੀ ਆ, ਪੰਜਾਬ ਸਟੇਟ ਨੂੰ ਵੀ ਆ, ਸਾਰੀਆਂ ਗਵਰਨਮੈਂਟ ਨੂੰ ਨੇ। ਇੱਕ ਤਾਂ ਇਹ ਆ, ਪਹਿਲਾਂ ਤਾਂ ਜੋ ਤੁਸੀਂ 4100 ਕਰੋੜ ਰੁਪਏ ਜਾਂ 2100 ਕਰੋੜ ਰੁਪਏ ਦੀ ਗੱਲ ਕਰਦੇ ਹੋ, ਉਹਦੇ ਨਾਲ ਪੰਜਾਬ ਗਵਰਨਮੈਂਟ ਕਹਿ ਰਹੀ ਆ ਵੀ ਸਾਡਾ ਬਹੁਤ ਕੁਝ ਹੋ ਜਾਊਗਾ। ਬਿਲਕੁਲ ਹੋ ਜਾਊਗਾ। ਇੱਕ ਸੈਂਟਰ ਨੇ ਡਿਲੇ ਕਰ ਰਿਹਾ, 2 ਮਹੀਨੇ ਡਿਲੇ ਕੀਤਾ ਕਿਉਂ? ਇੱਕ ਸਾਈਡ ਤਾਂ ਉਹਨਾਂ ਕੋਲ 3200 ਕਰੋੜ ਰੁਪਇਆ ਇੱਕ ਸਟੈਚੂ ਤੇ ਖਰਚ ਕਰ ਲਈ ਆ, ਤੇ ਤੁਸੀਂ ਇੱਕ ਸਾਈਡ ਇੱਕ ਸਟੈਚੂ ਹੈ, ਇੱਕ ਸਾਈਡ ਪੂਰੀ ਵੱਡੀ ਸਟੇਟ ਆ ਪੰਜਾਬ ਸਟੇਟ, ਮਤਲਬ ਤੁਸੀਂ ਸਾਰੀ ਸਟੇਟ ਦਾ 2100 ਕਰੋੜ ਰੁਪਇਆ ਰੋਕੀ ਜਾਂਦੇ ਹੋ। ਸੈਕੰਡ ਮੇਰਾ ਪੁਆਇੰਟ ਇਹ ਆ, ਸਵਾਲ ਨੇ ਵੀ ਸਰਕਾਰਾਂ ਜੇ ਇਹ ਜਿਹੜਾ GST ਲੱਗਿਆ ਜਾਂ ਕੁਝ ਵੀ ਲੱਗਿਆ, ਇੱਕ ਬਹਾਨੇ ਨੇ, ਇਹ ਬਹੁਤ ਟਾਈਮ ਦਾ ਚੱਲ ਰਿਹਾ। ਕਾਰਨ ਕੀ ਆ? ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇੰਡੀਆ ਦੇ ਵਿੱਚ ਕੰਮ ਕਰਦੀਆਂ ਨੇ ਪਿਛਲੇ 20 ਤੋਂ 25 ਸਾਲਾਂ ਦੇ ਵਿੱਚੋਂ, ਜਿਹੜਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ, ਜਿਹੜਾ ਉਹਨਾਂ ਦਾ ਕੰਮ ਕਰਨ ਦਾ ਵੇ ਆ, ਉਹ ਬਹੁਤ ਗਲਤ ਆ। ਉਹਦੇ ਨਾਲ ਲੋਕ ਡੇ ਬਾਏ ਡੇ, ਦਿਨ ਬਾਏ ਦਿਨ ਉਹਨਾਂ ਦੀ ਇਨਕਮ ਘਟਦੀ ਜਾ ਰਹੀ ਆ। ਤੇ ਇੱਕ ਮੈਂ ਹੋਰ ਗੱਲ ਕਰਦਾ, ਪੰਜਾਬ ਸਰਕਾਰ ਕੋਲ ਬਹੁਤ ਸਾਰੀਆਂ ਪਾਲਿਸੀਆਂ ਇਹੋ ਜਿਹੀਆਂ ਨੇ ਜਿੱਥੋਂ ਜੇ ਉਹ ਐਕਚੁਅਲੀ ਇਮਾਨਦਾਰੀ ਦੇ ਨਾਲ ਕੰਮ ਕਰਨ ਤਾਂ ਵੀ ਉਹ ਬਹੁਤ ਕੁਝ ਕਰ ਸਕਦੇ ਆ। ਨਵੇਂ ਟੈਕਸ ਕਰਨ ਦੀ ਲੋੜ ਨਹੀਂ ਪੈਣੀਗੀ। ਲਿਕੁਇਡ ਪਾਲਿਸੀ ਆ, ਸ਼ਰਾਬ ਪਿੰਡਾਂ ਦੇ ਵਿੱਚ ਵਿਕਦੀ ਆ। ਢੀਂਡਸਾ ਸਾਹਿਬ ਨੇ ਵੀ ਕਿਹਾ, ਸਰ ਨੇ ਵੀ, ਇਹਨਾਂ ਨੇ ਵੀ ਕਿਹਾ। ਕਾਰਨ ਕੀ ਆ? ਪੰਜਾਬ ਦੇ ਲੋਕ ਸ਼ਰਾਬ ਦੂਜੇ ਤੀਜੇ ਨੰਬਰ ਤੇ ਵਿਕਦੀ ਆ ਪੂਰੇ ਦੇਸ਼ ਦੇ ਵਿੱਚੋਂ, ਪਰ ਪੈਸਾ ਕਿਉਂ ਨਹੀਂ ਆਉਂਦਾ? ਕਿਉਂਕਿ ਇੱਥੇ ਰੇਟ ਵੱਧ ਨੇ, ਬਾਹਰਲੇ ਸਟੇਟਾਂ ਤੋਂ ਰੇਟ ਲੈ ਕੇ ਪਿੰਡਾਂ ਦੇ ਵਿੱਚ 2 ਨੰਬਰ 'ਚ ਵੇਚੀ ਜਾਂਦੇ ਆ। ਤੇ ਉਹ ਰੋਕਣੀ ਕਿਹਨੇ ਆ? ਅਫਸਰਾਂ ਨੇ ਰੋਕਣੀ ਆ। ਅਫਸਰਾਂ ਨੂੰ ਗਾਈਡ ਕਿਹਨੇ ਕਰਨਾ? ਪੋਲੀਟੀਕਲ MLAs ਨੇ ਕਰਨਾ। ਤੇ MLAs ਕਿਉਂ ਕਰਨਗੇ ਜੀ? ਉਹਨਾਂ ਨੂੰ ਤਾਂ ਪੈਸੇ ਆਉਂਦੇ ਨੇ ਉਹਨਾਂ ਦੇ। ਥਰਡ ਗੱਲ, ਇੱਕ ਮੈਂ ਹੋਰ ਗੱਲ ਕਰਦਾ, ਹਰ ਇੱਕ ਜਗ੍ਹਾ ਦੇ ਵਿੱਚ ਹੀ ਸੇਮ ਸਿਸਟਮ ਚੱਲਦਾ। ਉਦੋਂ ਬਾਅਦ ਤੁਸੀਂ ਸਭ ਕੁਝ ਛੱਡ ਦਿਓ, ਚਲੋ GST ਹੋ ਗਿਆ, ਸਟੇਟ ਲੋਕ ਕੰਮ ਨਹੀਂ ਕਰਦੇ, ਤੁਸੀਂ ਸਾਰੀਆਂ ਚੀਜ਼ਾਂ ਕਾਊਂਟ ਕਰ ਲਓ। ਫਿਰ ਵੀ ਮੈਂ ਕਹਿੰਦਾ, ਜੇ ਤੁਹਾਡੀ ਗਵਰਨਮੈਂਟ ਇਮਾਨਦਾਰ ਆ, ਜੇ ਤੁਹਾਡੇ ਇੱਕ ਨਾ ਪੰਜਾਬੀ ਦਾ ਗੀਤ ਆ, ਕਹਿੰਦੇ ਹੁੰਦੇ ਆ, ਜੇ ਦਿਲ ਵਿੱਚ ਹੁੰਦਾ ਪਿਆਰ ਹੋਣ ਨੂੰ ਕੀ ਨਹੀਂ ਕਰਦਾ ਹੁੰਦਾ। ਜੇ ਤੁਹਾਡਾ ਲੋਕਾਂ ਦੇ ਪ੍ਰਤੀ ਪਿਆਰ ਹੁੰਦਾ ਨਾ ਤਾਂ ਬਹੁਤ ਕੁਝ ਹੋ ਜਾਂਦਾ। ਦਿੱਲੀ ਦੀ ਸਰਕਾਰ ਆ, ਉਹ ਵੀ ਤੁਹਾਡੇ ਦੇਸ਼ 'ਚ ਰਹਿੰਦੀ ਆ, ਉੱਥੇ ਵੀ GST ਆ, ਉੱਥੇ ਵੀ ਸਰਕਾਰ ਕੰਮ ਕਰਦੀ ਆ। ਉਹਨਾਂ ਦਾ ਸਾਲਾਨਾ ਬਜਟ 25000 ਕਰੋੜ ਸੀਗਾ, ਪਿਛਲੇ 4 ਸਾਲਾਂ ਦੇ ਵਿੱਚ ਹਰ ਸਾਲ ਵਾਧਾ, ਐਤਕੀ 71000 ਕਰੋੜ ਰੁਪਇਆ ਹੋ ਗਿਆ। ਉਹਨਾਂ ਨੇ ਤਾਂ ਕਦੇ ਰੌਲਾ ਪਾਇਆ ਨਹੀਂ। ਉਹਨਾਂ ਨੇ ਵੀ ਮੈਨੀਫੈਸਟੋ ਬਣਾਇਆ, ਤੁਸੀਂ ਵੀ ਬਣਾਇਆ, ਸੈਂਟਰ ਨੇ ਵੀ ਮੈਨੀਫੈਸਟੋ ਬਣਾਇਆ। 15 ਲੱਖ ਖਾਤੇ 'ਚ ਪਾਉਣ ਵਾਲੀ ਵੀ ਗੱਲ ਆਈ, ਸਮਾਰਟਫੋਨ ਮੈਂ 5 ਪੁਆਇੰਟ ਪਹਿਲਾਂ ਗਿਣਾਇਆ, ਇਹ ਵੀ ਗੱਲ ਆਈ। ਤੇ ਅਰਵਿੰਦ ਕੇਜਰੀਵਾਲ ਉਹਨੇ ਵੀ ਮੈਨੀਫੈਸਟੋ ਬਣਾਇਆ ਸੀ, ਉਹਨੇ ਕਿਵੇਂ ਪੂਰਾ ਕਰਤਾ? ਮਤਲਬ ਇਹ ਨੀਅਤ ਸਾਫ਼ ਹੋਵੇ ਤਾਂ ਹੁਣ ਬਹੁਤ ਕੁਝ ਹੋ ਜਾਂਦਾ। ਜਗੀਰ ਸਿੰਘ ਜੀ, ਜੇ ਨੀਅਤ ਸਾਫ਼ ਹੈ ਨੀਤੀ ਤਾਂ ਹੀ ਬਣੇਗੀ। ਜੇ ਨੀਅਤ ਸਾਫ਼ ਨਹੀਂ ਹੈ ਤਾਂ ਨੀਤੀਆਂ ਕੁਝ ਨਹੀਂ ਕਰ ਸਕਦੀਆਂ, ਭਾਵੇਂ ਜਿੰਨੀਆਂ ਮਰਜ਼ੀ ਬਣਾ ਲਈਏ। ਸਰ ਉਸ ਤੋਂ ਪਹਿਲਾਂ, ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਗੱਲ, ਆਪਣੇ BJP ਦੇ ਬੁਲਾਰੇ ਬੈਠੇ ਬੜੇ ਸਤਿਕਾਰਯੋਗ ਸਾਥੀ ਮੇਰੇ, ਇਹ ਕਹਿ ਰਹੇ ਨੇ ਵੀ 2.13 ਲੱਖ ਕਰੋੜ ਰੁਪਏ ਦਾ ਜੋ ਪੰਜਾਬ ਦੇ ਸਿਰ ਕਰਜ਼ਾ ਹੈ, ਇਹ ਅੱਜ ਤੋਂ 10 ਸਾਲ ਪਹਿਲਾਂ ਦਾ ਹੈ। ਇਹ ਕੀ ਇਹ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਨੂੰ ਤਸਦੀਕ ਕਰਦੇ ਕਿ 10 ਸਾਲ ਪਹਿਲਾਂ ਦਾ ਜੀ ਕਰਜ਼ਾ ਖੜਾ ਪੰਜਾਬ ਦੇ ਸਿਰ ਤੇ। 2007 ਦੇ ਵਿੱਚ 2002 ਦੇ ਵਿੱਚ 65000 ਕਰੋੜ ਦਾ ਕਰਜ਼ਾ ਹੀ ਸੀ ਪੰਜਾਬ ਜੀ। 2017 ਆਉਂਦਿਆਂ ਇਹਨਾਂ ਨੇ 2.13 ਲੱਖ ਕਰੋੜ ਦਾ ਕਰਜ਼ਾ ਹੀ ਕਰਤਾ ਜੀ। ਜੇਕਰ ਇਹਨਾਂ ਦੀਆਂ ਪਾਲਿਸੀਆਂ ਸਹੀ ਸੀ, ਜੇਕਰ ਇਹ ਟੈਕਸ ਇਕੱਠਾ ਸਹੀ ਕਰ ਰਹੇ ਸੀ, ਜੇਕਰ ਇਹ ਆਪਣੀ ਇਮਾਨਦਾਰੀ ਨਾਲ ਸਰਕਾਰ ਚਲਾ ਰਹੇ ਸੀ ਜੀ, ਤੇ ਪੰਜਾਬ ਇੰਨਾ ਕਰਜ਼ਾਈ ਕਿਵੇਂ ਹੋ ਗਿਆ ਜੀ? ਮੈਂ ਇਸ ਗੱਲ ਦਾ ਜਵਾਬ ਲੈਣਾ ਚਾਹੁੰਦਾ। ਇਹ ਤਾਂ ਜਵਾਬ ਤੁਹਾਡੀ ਸਰਕਾਰ ਵੀ ਦੇ ਦੇਵੇ 2007 ਤੋਂ ਬਾਅਦ ਦੇਣਗੇ ਨਾ ਜੀ। ਉਹ ਵੀ ਗੱਲ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ, ਕੇਜਰੀਵਾਲ ਸਰਕਾਰ ਦੀ। ਜੀ ਜਗੀਰ ਸਿੰਘ ਬੋਲੋ ਜੀ। ਸਰ ਜਿਹੜੀ ਮੈਂ ਗੱਲ ਕਰ ਰਿਹਾ, ਸਰ ਮੈਂ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਦੀ, ਦਿੱਲੀ ਦੀ, ਕੇਜਰੀਵਾਲ ਸਰਕਾਰ ਦੀ। ਇਹ ਬੜੀਆਂ ਪ੍ਰਾਪਤੀਆਂ ਗਿਣਾ ਰਹੇ ਨੇ ਜੀ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਜਦੋਂ ਇਹਨਾਂ ਨੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਸੀ, 500 ਕਾਲਜ ਖੋਲਣ ਦਾ ਇਹਨਾਂ ਨੇ ਵਾਅਦਾ ਕੀਤਾ ਸੀ ਜਨਤਾ ਦੇ ਨਾਲ।
ਵਾਈਫਾਈ ਕਰਨ ਦਾ ਵਾਅਦਾ ਕੀਤਾ ਸੀ ਨਾਲ, ਟੋਟਲ ਸਿਕਿਉਰਿਟੀ ਨਾ ਲੈਣ ਦੀ ਗੱਲ ਕੀਤੀ ਸੀ ਇਹਨਾਂ ਨੇ ਜੀ। ਦਿੱਲੀ ਦੇ ਡਿਬੇਟ ਚਲੋ ਆਪਾਂ ਕਿਸੇ ਹੋਰ ਪਾਸੇ ਮੈਂ ਫਿਰ ਦੁਬਾਰਾ ਆ ਜਾਵਾਂਗਾ ਸਰ, ਮੈਂ ਕਿਹੜੇ ਵਾਅਦੇ ਕੀਤੇ ਗਏ ਸੀ, ਵਾਅਦੇ ਹੋਏ ਨਹੀਂ ਹੋਏ। ਆਪਾਂ ਅੱਜ ਸਿਰਫ ਪੰਜਾਬ ਦੀ ਗੱਲ ਕਰ ਰਹੇ ਹਾਂ। ਇੱਕ ਜਵਾਬ ਦੇਣਾ ਨਹੀਂ ਅਮਰਤ, ਮੇਰੇ ਕੋਲ ਟਾਈਮ ਨਹੀਂ ਹੈ ਕਿਉਂਕਿ ਡਿਬੇਟ ਕਿਧਰੇ ਹੋਰ ਨਿਕਲ ਜਾਏਗੀ। ਅੱਜ ਸਿਰਫ ਪੰਜਾਬ ਤੇ ਫੋਕਸ ਕਰਨਾ ਹੈ ਕਿ ਪੰਜਾਬ ਦੇ ਜਿਹੜੇ ਆਰਥਿਕ ਸਥਿਤੀ ਹੈ ਇਹ ਮਾੜੀ ਕਿਉਂ ਹੋ ਰਹੀ ਹੈ, ਦਿਨ ਬ ਦਿਨ ਹੋਰ ਅਸੀਂ ਡਾਊਨ ਕਿਉਂ ਹੋ ਰਹੇ ਹਾਂ, ਔਰ ਇਹ ਰਿਕਵਰੀ ਕਿਵੇਂ ਹੋਏਗੀ। ਆਪਣੇ ਕੋਲ ਸਮਾਂ ਘੱਟ ਹੈ। ਢੀਂਡਸਾ ਸਾਹਿਬ, ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਤੁਸੀਂ ਵੀ ਖਜ਼ਾਨਾ ਮੰਤਰੀ ਰਹੇ ਹੋ ਪੰਜਾਬ ਦੇ। ਅਸੀਂ ਇਹ ਤਾਂ ਸਾਰੇ ਕਹਿ ਰਹੇ ਹਾਂ ਕਿ ਬੜੇ ਮਾੜੇ ਹਾਲਾਤਾਂ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਜਿਵੇਂ ਤੁਸੀਂ ਕਿਹਾ ਕਿ ਡੈਫਿਸਿਟ ਹੋਰ ਵੱਧ ਸਕਦਾ, 44 ਦਾ 45 ਵੀ ਹੋ ਸਕਦਾ, ਪਰ ਅਜਿਹੇ ਹਾਲਾਤਾਂ ਦੇ ਵਿੱਚੋਂ ਨਿਕਲਣ ਦਾ ਜ਼ਰੀਆ ਕੀ ਹੈ ਇਹ ਵੀ ਸੋਚਣਾ ਬੜਾ ਜ਼ਰੂਰੀ ਹੈ। ਕਿ ਸਿਰਫ ਤੇ ਸਿਰਫ ਤੁਸੀਂ ਇਹ ਮੰਨਦੇ ਹੋ ਕਿ ਅਫਸਰਾਂ ਦੀ ਨਲਾਇਕੀ ਕਰਕੇ ਇਹ ਸਭ ਕੁਝ ਹੋ ਰਿਹਾ, ਕਿ ਸਹੀ ਤਰੀਕੇ ਨਾਲ ਟੈਕਸ ਨਹੀਂ ਉਗਰਾਇਆ ਜਾ ਰਿਹਾ, ਜਾਂ ਜਿੱਥੇ ਲੂਪਹੋਲ ਹੈਗੇ ਨੇ, ਜਿੱਥੇ ਲੀਕੇਜ ਹੋ ਰਹੀ ਹੈ ਉਹ ਰਿਕਵਰੀ ਨਹੀਂ ਹੋ ਪਾ ਰਹੀ, ਸਿਰਫ ਇਹੀ ਕਾਰਨ ਨਜ਼ਰ ਆਉਂਦਾ ਤੁਹਾਨੂੰ? ਨਹੀਂ, ਦੇਖੋ ਇਹ ਵੀ ਕਾਰਨ ਨੇ, ਗਵਰਨਮੈਂਟ ਦੀਆਂ ਪਾਲਿਸੀਜ਼ ਵੀ ਨੇ। ਦੇਖੋ ਇੰਡਸਟਰੀ ਬੰਦ ਹੋ ਰਹੀ ਹੈ। ਪੰਜਾਬ ਦਾ ਸਭ ਤੋਂ ਵੱਡਾ ਪਲਾਂਟ ਸੀਗਾ ਜਿਹੜਾ ਹੈ ਆਪਣਾ ਜਿਹੜੇ ਮਕੈਨੀਕਲ ਪਾਰਟਸ ਬਣਾਉਣ ਦਾ, ਮੋਟਰ ਪਾਰਟਸ ਬਣਾਉਣ ਦਾ, DCM ਮੋਹਾਲੀ ਦੇ ਵਿੱਚ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ। 40 ਸਾਲ ਤੋਂ ਤਕਰੀਬਨ ਸਾਰੀਆਂ ਵੱਡੀਆਂ ਕੰਪਨੀਆਂ ਨੂੰ ਸਪਲਾਈ ਕਰ ਰਹੇ ਸੀ ਉਹ। ਅੱਜ ਉਹ ਬੰਦ ਕਰ ਰਹੇ ਨੇ ਆਪਦਾ ਪਲਾਂਟ, ਤੇ ਮੈਨੂੰ ਲੱਗਦਾ ਕਿੰਨੇ ਹਜ਼ਾਰ ਲੋਕ ਜਿਹੜੇ ਨੇ ਬੇਰੁਜ਼ਗਾਰ ਹੋ ਜਾਣਗੇ। ਜਦ ਐਡੇ ਵੱਡੇ ਵੱਡੇ ਪ੍ਰੋਜੈਕਟ ਪੰਜਾਬ ਦੇ ਵਿੱਚ ਬੰਦ ਹੋਣਗੇ ਤਾਂ ਫਿਰ ਪੈਸਾ ਕਿੱਥੋਂ ਆਏਗਾ? ਸੋ ਸਰਕਾਰ ਨੂੰ ਇਹ ਜੀ ਜਦ ਇੱਕ ਪਾਸੇ ਤਾਂ ਇਹ ਕਰ ਰਹੇ ਨੇ ਜੀ ਅਸੀਂ ਇਨਵੈਸਟ ਪੰਜਾਬ ਕਰ ਰਹੇ ਹਾਂ, ਇਨਵੈਸਟ ਦੀ ਤਾਂ ਦੂਰ ਛੱਡੋ, ਜਿਹੜੇ ਬੰਦ ਕਰਕੇ ਜਾ ਰਹੇ ਨੇ ਉਹਨਾਂ ਨੂੰ ਤੁਸੀਂ ਬਚਾਓ, ਪਹਿਲਾਂ ਉਹਨਾਂ ਨੂੰ ਰੋਕੋ। ਜਿਹੜੇ ਆਲਰੇਡੀ ਚੱਲ ਰਹੇ ਨੇ 40 ਸਾਲ ਤੋਂ ਚੱਲ ਰਹੇ ਨੇ, ਇਹੋ ਜਿਹੇ ਕਿੰਨੇ ਯੂਨਿਟ ਮੈਂ ਤੁਹਾਨੂੰ ਦੱਸ ਸਕਦਾ ਜਿਹੜੇ ਪਿਛਲੇ 2 ਸਾਲਾਂ ਦੇ ਵਿੱਚ ਬੰਦ ਹੋਣ ਦੇ ਕਿਨਾਰੇ ਅੱਜ ਆ ਗਏ ਨੇ। ਸਰਕਾਰ ਨੂੰ ਉਧਰ ਧਿਆਨ ਦੇਣ ਦੀ ਲੋੜ ਹੈ, ਇਹਦੇ ਟੈਕਸ ਕੰਪਲਾਈਂਸ ਨੂੰ ਠੀਕ ਕਰਨ ਦੀ ਲੋੜ ਹੈ। ਤੇ ਇਸੇ ਤਰ੍ਹਾਂ ਪੰਜਾਬ ਦੀ ਜੋ ਹਿਊਮਨ ਰਿਸੋਰਸਿਸ ਗਵਰਨਮੈਂਟ ਦੇ ਜਿਹੜੀਆਂ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਰੀਅਸੈਸ ਕਰਨ ਦੀ ਲੋੜ ਹੈ। ਕਿੱਥੇ ਹੋਰ ਸਟਾਫ ਚਾਹੀਦਾ ਹੈ, ਕਿੱਥੇ ਘੱਟ ਸਟਾਫ ਹੋ ਸਕਦਾ ਹੈ, ਕਿੱਥੇ ਓਵਰ ਸਟਾਫਿੰਗ ਹੈ, ਇਹ ਸਾਰਾ ਕੁਝ ਕਰਨਗੇ ਤਾਂ ਜਾ ਕੇ ਇਹ ਖਰਚਾ ਕੰਟਰੋਲ ਕਰ ਸਕਦੇ ਆ ਅਤੇ ਆਪਦੀ ਆਮਦਨ ਨੂੰ ਵਧਾਉਣ ਲਈ ਠੀਕ ਹੈ ਮੇਰੇ ਕੋਲ ਸਮਾਂ ਕੰਪਲਾਈਂਸ ਔਰ ਜਲਦੀ ਇਹ ਸਾਰਾ ਕੁਝ ਕਰਨਾ ਪਏਗਾ। ਸਿਰਫ ਮੈਂ ਪੁਆਇੰਟ ਟੂ ਪੁਆਇੰਟ ਗੱਲ ਕਰਨੀ ਹੈ। ਇੱਕ ਤਾਂ ਇਹ ਜੀ, ਮੈਂ ਆਮ ਆਦਮੀ ਪਾਰਟੀ ਮੈਨੀਫੈਸਟੋ ਟੀਮ 'ਚ ਕੰਮ ਕੀਤਾ। ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ, ਤੁਹਾਡੇ ਕੋਲ ਕਿਸੇ ਵੀ ਚੀਜ਼ ਤੇ ਪਾਲਿਸੀ ਹੈ ਨਹੀਂ, ਅਸੀਂ ਸਟੱਡੀ ਕਰਕੇ ਮੈਨੀਫੈਸਟੋ ਬਣਾਏ, ਸਾਡੇ ਤੋਂ ਪੁੱਛ ਲਓ, ਅਸੀਂ ਤੁਹਾਨੂੰ ਸਾਰਾ ਕੁਝ ਹੱਲ ਦੇਵਾਂਗੇ। ਦੂਜੀ ਗੱਲ ਜਿਹੜੀ ਇਹਨਾਂ ਨੇ ਦਿੱਲੀ ਦੀ ਕੀਤੀ ਆ, ਮੈਂ ਸਿਰਫ 1 ਹੀ ਮਿੰਟ 'ਚ ਗੱਲ ਕਰਨੀ ਆ। ਆਪਣਾ ਮੈਨੀਫੈਸਟੋ ਚੱਕ ਲਓ, ਦਿੱਲੀ ਦਾ ਮੈਨੀਫੈਸਟੋ ਚੱਕ ਲਓ, ਇਮਾਨਦਾਰੀ ਨਾਲ ਦਿਲ ਤੇ ਹੱਥ ਰੱਖ ਕੇ ਉਹਦੇ ਟਿਕ ਲਾਉਂਦੇ ਰਹੋ, ਕਿੰਨਾ ਪੂਰਾ ਹੋ ਗਿਆ। ਜੇ ਅਸੀਂ ਘੱਟ ਹੋਏ ਮੈਨੂੰ ਕੁਝ ਮਰਜ਼ੀ ਕਹਿ ਦੇਣਾ। ਮੈਨੀਫੈਸਟੋ ਤੇ ਵੀ ਇੱਕ ਵਾਰ ਕਰ ਲਾਂਗੇ ਡਿਬੇਟ, ਤੇ ਲੋਕ ਰਿਵਰ ਕਰਾਂਗੇ। ਬਹੁਤ ਬਹੁਤ ਧੰਨਵਾਦ ਫਿਲਹਾਲ ਸਾਰੇ ਮਹਿਮਾਨਾਂ ਦਾ। ਔਰ ਇੱਥੇ ਸਾਰਿਆਂ ਨੂੰ ਸੋਚਣ ਵਾਲੀ ਗੱਲ ਹੈ ਕਿ ਗੰਭੀਰ ਹਾਲਾਤਾਂ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ। ਜੇਕਰ ਅਸੀਂ 44% ਦੀ ਗੱਲ ਕਰਦੇ ਹਾਂ ਕਿ ਘਾਟੇ ਵੱਲ ਅਸੀਂ ਵਧੇ ਹਾਂ, ਤਾਂ ਦੂਜੇ ਪਾਸੇ ਜੇ ਕੇਂਦਰ ਸਰਕਾਰ ਨਹੀਂ ਦੇ ਰਹੀ ਪੈਸਾ ਤਾਂ ਉਹਦਾ ਵੀ ਨੁਕਸਾਨ ਪੰਜਾਬ ਨੂੰ ਹੀ ਹੈ। ਔਰ ਦੋਵੇਂ ਧਿਰਾਂ ਜਿਹੜੇ ਮਿਲ ਬੈਠ ਕੇ ਗੱਲ ਕਰ ਲੈਣ ਤਾਂ ਇਹਦਾ ਕੋਈ ਨਾ ਕੋਈ ਸੋਲਿਊਸ਼ਨ ਜ਼ਰੂਰ ਕੱਢਿਆ ਜਾ ਸਕਦਾ। ਪਰ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਘਾਟਾ ਪਿਆ ਕਿਉਂ ਹੈ, ਇਹਦੇ ਲਈ ਜ਼ਿੰਮੇਵਾਰ ਕੌਣ ਹੈ, ਔਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਘਾਟੇ ਨੂੰ ਪੂਰਾ ਕੀਤਾ ਜਾਏਗਾ। ਇਹ ਇੱਕ ਚੁਣੌਤੀ ਵੀ ਜ਼ਰੂਰ ਪੰਜਾਬ ਸਰਕਾਰ ਦੇ ਸਾਹਮਣੇ ਖੜੀ ਹੈ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।